ਦੋਸਤੋ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ। ਸੋ ਐਕਸਰਸਾਈਜ਼ 9.2 ਜਿਹੜੀ ਹੈ ਉਹ ਸਾਡੀ ਬੇਸਡ ਹੈ ਅਰਿਥਮੈਟਿਕ ਪ੍ਰੋਗਰੈਸ਼ਨ AP, ਅਤੇ ਦੂਸਰਾ ਕੰਸੈਪਟ ਸਾਡੇ ਪਾਸ ਜੋ ਨਵਾਂ ਹੈ ਉਹ ਹੈ ਅਰਿਥਮੈਟਿਕ ਮੀਨਸ AM 'ਤੇ ਬੇਸਡ ਹੈ। ਸੋ AP ਦੇ ਬਾਰੇ ਤੁਸੀਂ 10th ਕਲਾਸ ਦੇ ਵਿੱਚ ਪੜ੍ਹਿਆ ਹੈ ਕਿ ਇਸ ਦੀ ਜਿਹੜੀ ਜਰਨਲ ਟਰਮ ਹੈ ਸਾਡੇ ਪਾਸ ਉਹ AN ਜਾਂ ਅਸੀਂ TN ਲਿਖਦੇ ਹਾਂ, ਦੈਟ ਇਜ਼ ਇਕੁਅਲ ਟੂ A + N-1 × D। ਕਿ AP ਹੁੰਦੀ ਕੀ ਹੈ ਕਿ ਇਹਦੇ ਵਿੱਚ ਸਾਡੇ ਪਾਸ ਜਿਹੜਾ ਡਿਫਰੈਂਸ ਹੈ ਉਹ ਕੌਂਸਟੈਂਟ ਰਹਿੰਦਾ ਹੈ। ਜਿਹੜੀਆਂ ਸਾਡੀਆਂ ਨਵੀਆਂ ਟਰਮਸ ਬਣਦੀਆਂ ਨੇ ਉਹ ਕਿਸੇ ਫਿਕਸ ਨੰਬਰ ਨੂੰ ਐਡ ਕਰਕੇ ਜਾਂ ਸਬਟਰੈਕਟ ਕਰਕੇ ਬਣਦੀਆਂ ਨੇ, ਲਾਈਕ 7 + 2 9 + 2 11 + 2 13 ਸੋ ਔਨ। ਸੋ ਜਿਹੜੀ AP ਹੈ ਉਸ ਦੇ ਵਿੱਚ ਸਾਡੇ ਪਾਸ ਫਸਟ ਟਰਮ ਜਿਸ ਨੂੰ ਅਸੀਂ ਡਿਨੋਟ ਕਰਦੇ ਹਾਂ A ਦੇ ਨਾਲ। ਸੋ ਜੋ ਡਿਫਰੈਂਸ ਹੈ ਇਹਨਾਂ ਟਰਮਸ ਦੇ ਵਿੱਚ ਉਸ ਨੂੰ ਅਸੀਂ ਬੋਲਦੇ ਹਾਂ ਕਾਮਨ ਡਿਫਰੈਂਸ। ਸੋ D ਦੇ ਨਾਲ ਅਸੀਂ ਲਿਖਦੇ ਹਾਂ। ਸੋ ਕਾਮਨ ਡਿਫਰੈਂਸ ਇੱਥੇ ਕੀ ਹੈ, ਸਾਡੇ ਪਾਸ 2 ਹੈ। ਵੱਡੀ ਟਰਮ ਦੇ ਵਿੱਚੋਂ ਅਸੀਂ ਛੋਟੀ ਟਰਮ ਮਾਈਨਸ ਕਰਦੇ ਹਾਂ, ਨੈਕਸਟ ਟਰਮ ਦੇ ਵਿੱਚੋਂ ਲੋਅਰ ਟਰਮ ਮਾਈਨਸ ਕਰਦੇ ਹਾਂ। 13 ਦੇ ਵਿੱਚੋਂ 11 ਘਟਾ ਸਕਦੇ ਹਾਂ, 11 ਦੇ ਵਿੱਚੋਂ 9 ਘਟਾ ਸਕਦੇ ਹਾਂ, 9 ਦੇ ਵਿੱਚੋਂ 7। ਸੋ ਜਿਹੜਾ ਸਾਰਾ ਡਿਫਰੈਂਸ ਹੈ ਕੌਂਸਟੈਂਟ ਹੁੰਦਾ ਹੈ 2। ਜਦੋਂ ਡਿਫਰੈਂਸ ਕੌਂਸਟੈਂਟ ਹੈ ਤਾਂ ਅਸੀਂ ਬੋਲਦੇ ਹਾਂ ਅਰਿਥਮੈਟਿਕ ਪ੍ਰੋਗਰੈਸ਼ਨ। ਜੇ ਡਿਫਰੈਂਸ ਕੌਂਸਟੈਂਟ ਨਹੀਂ ਹੈਗਾ ਫਿਰ ਉਹ AP ਵੀ ਨਹੀਂ ਹੈਗੀ। ਅਸੀਂ 10th ਕਲਾਸ ਦੇ ਵਿੱਚ ਪੜ੍ਹ ਚੁੱਕੇ ਹਾਂ। ਸੋ ਇਹਦੇ ਵਿੱਚ ਕੁਛ ਟਰਮਸ ਜਿਹੜੀਆਂ ਅਸੀਂ ਯੂਜ਼ ਕੀਤੀਆਂ ਨੇ, D ਤੋਂ ਡਿਫਰੈਂਸ ਹੈ, N ਤੋਂ nth ਟਰਮ ਹੈ, A ਸਾਡੀ ਫਸਟ ਟਰਮ ਹੈ। ਈਵਨ ਅਸੀਂ L ਵੀ ਯੂਜ਼ ਕਰਦੇ ਹਾਂ ਜੇਕਰ AP ਦੇ ਵਿੱਚ ਸਾਨੂੰ ਲਾਸਟ ਟਰਮ ਪਤਾ ਹੋਵੇ ਕਿ ਕਿੰਨੀਆਂ ਟਰਮਸ ਨੇ ਇਹਦੇ ਵਿੱਚ। ਅਤੇ ਇੱਕ ਅਸੀਂ S ਯੂਜ਼ ਕਰਦੇ ਹਾਂ ਸਮ ਆਫ ਟਰਮਸ ਦੇ ਲਈ। ਅਤੇ ਸਮ ਆਫ ਟਰਮਸ ਦੇ ਵੀ ਦੋ ਫਾਰਮੂਲੇ ਅਸੀਂ 10th ਕਲਾਸ ਦੇ ਵਿੱਚ ਪੜ੍ਹ ਚੁੱਕੇ ਹਾਂ। N/2 2 × A + N-1 × 2 ਇਜ਼ D N/2 × A + L, ਜੇਕਰ ਸਾਨੂੰ ਲਾਸਟ ਟਰਮ ਪਤਾ ਹੋਵੇ। ਸੋ ਜ਼ਿਆਦਾ ਮੈਂ ਡੀਪਲੀ ਦੇ ਵਿੱਚ ਨਹੀਂ ਜਾਊਂਗਾ। ਸੋ ਇਹ ਵਾਲੇ ਫਾਰਮੂਲੇਸ ਜਿਹੜੇ ਨੇ ਅਸੀਂ ਲੋਅਰ ਕਲਾਸਿਸ ਦੇ ਵਿੱਚ ਪੜ੍ਹੇ ਹੋਏ ਨੇ। ਸੋ ਬਸ ਇੱਕ ਤੁਹਾਨੂੰ ਸਲਾਹ ਦਊਂਗਾ ਕਿ ਜਦੋਂ ਕਦੇ ਵੀ ਤੁਹਾਡੇ ਪਾਸ AP ਦਾ ਕੁਐਸਚਨ ਆ ਜਾਂਦਾ ਹੈ, ਕਿਉਂਕਿ ਇਸ ਵਾਰ ਸਾਡੇ ਕੋਲ ਥੋੜ੍ਹੇ ਥਿਓਰੈਟੀਕਲ ਕੁਐਸਚਨ ਹੋਣਗੇ, ਤਾਂ ਹਮੇਸ਼ਾ ਇੱਕ ਚੀਜ਼ 'ਤੇ ਉੱਪਰ ਫੋਕਸ ਕਰਨਾ ਹੈ ਕਿ ਸਭ ਤੋਂ ਪਹਿਲਾਂ ਸਾਨੂੰ ਕਿਸੇ ਵੀ AP ਦੇ ਕੁਐਸਚਨ ਦੇ ਵਿੱਚ ਕੀ ਪਤਾ ਹੋਣਾ ਚਾਹੀਦਾ ਹੈ। A, D ਐਂਡ N ਇਹ ਮੇਜਰ ਰੋਲ ਪਲੇ ਕਰਦੇ ਨੇ। ਕੋਈ ਕੁਐਸਚਨ ਹੈ, ਸਰਚ ਫॉर A, D, N। ਕੁਐਸਚਨ ਜੋ ਮਰਜ਼ੀ ਪੁੱਛਿਆ ਗਿਆ ਹੈ, ਕੁਛ ਵੀ ਪੁੱਛਿਆ ਗਿਆ ਕੁਐਸਚਨ ਦੇ ਵਿੱਚ, ਕੋਈ ਮੈਟਰ ਨਹੀਂ ਕਰਦਾ। ਜਦੋਂ ਤੱਕ ਤੁਹਾਨੂੰ ਫਸਟ ਟਰਮ ਨਹੀਂ ਪਤਾ, ਤੁਹਾਨੂੰ ਕਾਮਨ ਡਿਫਰੈਂਸ ਨਹੀਂ ਪਤਾ, ਅਤੇ ਤੁਹਾਨੂੰ N ਨਹੀਂ ਪਤਾ ਕਿ ਨੰਬਰ ਆਫ ਟਰਮਸ ਕਿੰਨੀਆਂ ਨੇ ਜਾਂ ਕਿੰਨਵੀਂ ਟਰਮ ਅਸੀਂ ਫਾਈਂਡ ਕਰਨੀ ਹੈ, ਉਸ ਦੇ ਲਈ N ਦੀ ਲੋੜ ਪੈਂਦੀ ਹੈ। ਸੋ ਸਾਨੂੰ ਇਹ ਤਿੰਨ ਚੀਜ਼ਾਂ ਜਿਹੜੀਆਂ ਨੇ ਕੋਈ ਵੀ ਕੁਐਸਚਨ ਸੋਲਵ ਕਰਨ ਦੇ ਲਈ ਬੇਸਿਕ ਤੌਰ 'ਤੇ ਚਾਹੀਦੀਆਂ ਨੇ, ਨਸੈਸਿਟੀ ਹੈ ਸਾਡੀ। ਸੋ ਕੁਐਸਚਨ 'ਤੇ ਨਹੀਂ ਜਾਣ ਦੀ ਲੋੜ, ਸਭ ਤੋਂ ਪਹਿਲਾਂ ਸਰਚ ਕਰੋ A ਹੈ ਜਾਂ ਨਹੀਂ ਹੈ। ਜੇ ਨਹੀਂ ਹੈ ਤਾਂ A ਫਾਈਂਡ ਕਰੋ। ਜੇ ਕਾਮਨ ਡਿਫਰੈਂਸ ਹੈ ਜਾਂ ਨਹੀਂ, ਜੇ ਨਹੀਂ ਹੈ ਤਾਂ ਫਾਈਂਡ ਕਰੋ। ਇਸੇ ਤਰ੍ਹਾਂ N। ਸੋ ਇਹ ਤਿੰਨ ਜਿਹੜੀਆਂ ਸਾਡੀਆਂ ਨੇ ਮੁੱਖ ਲੋੜਾਂ ਨੇ ਇਸ ਟੌਪਿਕ ਦੇ ਵਿੱਚ, ਫਸਟ ਟਰਮ, ਕਾਮਨ ਡਿਫਰੈਂਸ ਐਂਡ N। ਜੇਕਰ ਇਹਨਾਂ ਦੇ ਵਿੱਚੋਂ ਕੋਈ ਵੀ ਮਿਸਿੰਗ ਹੈ, ਤੁਹਾਡਾ ਕੁਐਸਚਨ ਜਿਹੜਾ ਹੈ ਉਹ ਫਰਦਰ ਨਹੀਂ ਚੱਲੇਗਾ ਜਦੋਂ ਤੱਕ ਤੁਸੀਂ ਇਸ ਨੂੰ ਫਾਈਂਡ ਨਹੀਂ ਕਰ ਲੈਂਦੇ। ਸੋ ਇਸ ਤੋਂ ਬਾਅਦ ਜਿਹੜਾ ਸਾਡਾ ਨੈਕਸਟ ਟੌਪਿਕ ਹੈ ਉਹ ਅਰਿਥਮੈਟਿਕ ਮੀਨ ਹੈ। ਉਹਦੇ ਬਾਰੇ ਗੱਲ ਕਰ ਲੈਂਦੇ, ਉਹ ਨਵਾਂ ਟੌਪਿਕ ਹੈ ਸਾਡਾ। ਸੋ ਅਰਿਥਮੈਟਿਕ ਮੀਨਸ AM ਕਹਿਣ ਨੂੰ ਇਹ ਟੌਪਿਕ ਨਵਾਂ ਹੈ, ਬਟ ਮੇਰੇ ਮੁਤਾਬਿਕ ਇਹ ਟੌਪਿਕ ਜਿਹੜਾ ਹੈ ਪੁਰਾਣਾ ਹੈ, ਤੁਹਾਨੂੰ ਆਉਂਦਾ ਹੈ। ਸੋ ਤੁਹਾਡੇ ਲਈ ਇੱਕ ਸਵਾਲ ਹੈ, ਸਪੋਜ਼ ਇਹ ਦੋ ਨੰਬਰ ਨੇ 7, 9। ਕੀ ਇਹ AP ਦੇ ਵਿੱਚ ਹੈਗੇ ਨੇ? ਆਰ ਦੀਜ਼ ਇਨ AP? ਕੀ ਇਹ AP ਬਣਦੀ ਹੈ? ਤੁਸੀਂ ਕਹੋਗੇ ਸਰ ਸਵਾਲ ਹੀ ਗਲਤ ਹੈ ਜੀ, ਜਿਹਨਾਂ ਨੂੰ AP ਦੀ ਨੌਲੇਜ ਹੈ। ਕਿਉਂ? ਕਿਉਂਕਿ ਅਸੀਂ ਕਾਮਨ ਡਿਫਰੈਂਸ ਚੈੱਕ ਕਰਨਾ ਹੈ। ਤਾਂ ਕਾਮਨ ਡਿਫਰੈਂਸ ਅਸੀਂ ਕਈ ਟਰਮਸ ਦੇ ਵਿੱਚ ਚੈੱਕ ਕਰਦੇ ਹਾਂ, ਘੱਟੋ ਘੱਟ 2 ਵਾਰ ਡਿਫਰੈਂਸ ਫਾਈਂਡ ਕਰਦੇ ਹਾਂ, ਤਦ ਜਾ ਕੇ ਅਸੀਂ AP ਡਿਸਾਈਡ ਕਰਦੇ ਹਾਂ। ਲਾਈਕ ਕਿ 5, 7, 9। ਤਾਂ ਇਹਨਾਂ ਦੋ ਦੇ ਵਿੱਚ ਡਿਫਰੈਂਸ 2 ਹੈ, ਇਹਨਾਂ ਦੋ ਦੇ ਵਿੱਚ ਡਿਫਰੈਂਸ 2 ਹੈ। ਫਿਰ ਅਸੀਂ ਬੋਲਦੇ ਹਾਂ ਕਿ ਇਹ AP ਹੈ। ਸੋ AP ਡਿਸਾਈਡ ਕਰਨ ਵਾਸਤੇ ਘੱਟੋ ਘੱਟ ਸਾਨੂੰ ਕਿੰਨੇ ਟਰਮਸ ਚਾਹੀਦੀਆਂ ਨੇ? 3 ਚਾਹੀਦੀਆਂ ਨੇ। ਇੱਥੇ ਕਿੰਨੀਆਂ ਨੇ? 2। ਸੋ ਅਸੀਂ ਇਸ ਨੂੰ ਡਿਸਾਈਡ ਨਹੀਂ ਕਰ ਸਕਦੇ ਕਿ ਇਹ AP ਹੈ ਜਾਂ ਨਹੀਂ ਹੈ। ਸੋ ਵਾਟ ਇਜ਼ ਅਰਿਥਮੈਟਿਕ ਮੀਨ? ਹੁਣ ਮੈਂ ਅਰਿਥਮੈਟਿਕ ਮੀਨ ਵੱਲ ਚੱਲਦਾ ਹੈ। ਸੋ AM ਕੀ ਹੈ? ਅਰਿਥਮੈਟਿਕ ਮੀਨ ਇੱਕ ਐਸਾ ਨੰਬਰ ਹੈ ਜਿਹੜਾ ਅਸੀਂ 2 ਨੰਬਰਾਂ ਦੇ ਵਿਚਕਾਰ ਇਨਸਰਟ ਕਰਨਾ ਇੱਥੇ, ਕਿ ਜੋ ਰਿਜ਼ਲਟਿੰਗ ਟਰਮਸ ਰਿਜ਼ਲਟਿੰਗ ਸੀਕੁਐਂਸ ਬਣੇ ਸਾਡੀ, ਦੈਟ ਬਿਕਮਸ AP। ਸੋ ਜਿਹੜੀ ਰਿਜ਼ਲਟਿੰਗ ਸੀਕੁਐਂਸ ਹੋਣੀ ਚਾਹੀਦੀ ਹੈ ਉਹ AP ਬਣਨੀ ਚਾਹੀਦੀ ਹੈ, ਬਿਕਮਸ ਐਨ ਅਰਿਥਮੈਟਿਕ ਪ੍ਰੋਗਰੈਸ਼ਨ, AP ਬਣ ਜੇ। ਸੋ ਤੁਸੀਂ ਇੱਥੇ ਕੀ ਇਨਸਰਟ ਕਰੋਗੇ? ਦੈਟ ਮੀਨਸ 8। 7 + 1 ਇਜ਼ 8, 8 + 1 ਇਜ਼ 9। ਸੋ ਇਹ ਕੀ ਬਣ ਗਈ ਹੈ? AP। ਸੋ ਹਮੇਸ਼ਾ ਸਾਡੇ ਪਾਸ ਜਿਹੜਾ ਕੁਐਸਚਨ ਆਉਣਾ ਹੈ ਉਹਦੇ ਵਿੱਚ ਸਾਡੇ ਪਾਸ 2 ਐਂਡ ਪੁਆਇੰਟਸ ਹੈਗੇ ਨੇ। ਫਸਟ ਟਰਮ ਹੈਗੀ ਇੱਕ ਤਰੀਕੇ ਨਾਲ AP ਦੀ, AP ਦੀ ਫਸਟ ਟਰਮ ਹੋਈ A,
ਤੇ ਇੱਕ ਸਾਡੇ ਪਾਸ ਕੀ ਹੋਈ ਲਾਸਟ ਟਰਮ, ਕਿਉਂਕਿ ਕਿੰਨੀਆਂ ਵੀ ਮੀਨਸ ਅਸੀਂ ਇਨਸਰਟ ਕਰ ਸਕਦੇ ਹਾਂ। ਜਿਸ ਤਰ੍ਹਾਂ ਸਪੋਜ਼ ਮੈਂ ਇੱਥੇ ਨੰਬਰ ਲਿਖ ਲੈਣਾ 5 ਅਤੇ ਇੱਥੇ ਨੰਬਰ ਲਿਖ ਦੇਣਾ ਜੀ ਮੈਂ ਸਪੋਜ਼ 13 ਅਤੇ ਮੈਂ ਤੁਹਾਨੂੰ ਕਹਿ ਦੇਣਾ ਕਿ ਜੀ ਇਹਦੇ ਵਿੱਚ ਅਸੀਂ 3 ਮੀਨਸ ਇਨਸਰਟ ਕਰਨੀਆਂ। 3 ਅਰਿਥਮੈਟਿਕ ਮੀਨਸ ਇਨਸਰਟ ਕਰੋ ਕਿ ਜੋ ਰਿਜ਼ਲਟਿੰਗ ਸੀਕੁਐਂਸ ਹੋਵੇ ਉਹ ਇੱਕ AP ਬਣ ਜੇ। ਅਰਿਥਮੈਟਿਕ ਮੀਨ ਤੋਂ ਮੀਨਸ ਕੀ ਹੈ, ਮਤਲਬ ਕੀ ਹੈ ਕਿ ਅਸੀਂ 3 ਨੰਬਰ ਇਨਸਰਟ ਕਰਨੇ ਨੇ ਜਿਹਨਾਂ ਨੂੰ ਅਸੀਂ ਅਰਿਥਮੈਟਿਕ ਮੀਨ ਬੋਲਦੇ ਹਾਂ, ਕਿ ਜੋ ਰਿਜ਼ਲਟ ਆਊਗਾ ਸਾਡੇ ਪਾਸੇ ਲੜੀ ਬਣੇਗੀ, ਸੀਕੁਐਂਸ ਬਣੇਗੀ, ਉਹ ਕੀ ਹੋਣੀ ਚਾਹੀਦੀ ਹੈ AP। ਸੋ ਇਨਸਰਟ ਕਰਨ ਦਾ ਟ੍ਰਿਕ ਅਸੀਂ ਬਾਅਦ 'ਚ ਜਾਣਾਂਗੇ, ਬਟ ਬਣਦਾ ਕੀ ਹੈ। ਸੋ ਮੈਂ ਇੱਥੇ 7 9 11 ਸੋ ਇਹਨਾਂ 3 ਨੰਬਰਾਂ ਨੂੰ ਮੈਂ ਕੀ ਬੋਲਦਾ 3 ਅਰਿਥਮੈਟਿਕ ਮੀਨਸ ਬੋਲਦਾ ਹੈ। ਸੋ ਕੋਈ ਨਵਾਂ ਟੌਪਿਕ ਨਹੀਂ ਹੈ, ਇਹ ਸਾਰੀ ਕੀ ਹੈ ਕਿ AP ਹੈ। ਇਸ ਦੇ ਵਿੱਚ ਮੈਨੂੰ A ਪਤਾ ਹੈ, ਦੇਖੋ ਇਸੇ ਤਰ੍ਹਾਂ ਮੈਨੂੰ ਲਾਸਟ ਟਰਮ L ਪਤਾ ਹੈ। ਇਨਫੈਕਟ ਮੈਨੂੰ ਇਹ ਵੀ ਪਤਾ ਹੈ ਕਿ ਕਿੰਨਵੀਂ ਟਰਮ ਹੈ। ਜੇ ਮੈਂ 3 ਮੀਨਸ ਇਨਸਰਟ ਕਰੀਆਂ ਨੇ ਤਾਂ 5ਵੀਂ ਹੈ, T5 ਹੈ। ਜੇ ਮੈਂ ਸਿਰਫ ਇੱਕ ਮੀਨ ਇਨਸਰਟ ਕਰੀ ਹੈ 1 2 3 ਇਹਦਾ ਮਤਲਬ ਹੈ T3 ਹੈ, ਥਰਡ ਟਰਮ ਪਤਾ ਹੈ। ਸੋ ਮੈਨੂੰ T3N ਪਤਾ ਹੈ ਇੱਥੇ, ਇਹਦੇ ਵਿੱਚ ਵੀ ਇਹਦਾ ਮਤਲਬ ਮੈਨੂੰ N ਪਤਾ ਹੈ। T5 ਦਾ ਫਾਰਮੂਲਾ ਕੀ ਹੋਏਗਾ A+4D, ਇੱਕ ਘੱਟ। ਮੈਨੂੰ A ਵੀ ਪਤਾ ਹੈ, ਮੈਨੂੰ T5 ਵੀ ਪਤਾ ਹੈ, ਅਤੇ ਮੈਨੂੰ ਕੀ ਨਹੀਂ ਪਤਾ D ਨਹੀਂ ਪਤਾ, ਅਤੇ ਮੈਨੂੰ D ਪਤਾ ਲੱਗ ਜਾਏਗਾ। ਕਾਮਨ ਡਿਫਰੈਂਸ ਮੈਂ ਪਤਾ ਕਰ ਸਕਦਾ ਹੈ। ਸੋ ਕਾਮਨ ਡਿਫਰੈਂਸ ਪਤਾ ਹੈ ਜਦੋਂ ਮੈਨੂੰ, ਤਾਂ ਮੈਂ ਸੈਕੰਡ ਟਰਮ ਵੀ ਫਾਈਂਡ ਕਰ ਸਕਦਾ ਕਿਉਂਕਿ ਇਹ AP ਦੀ ਦੂਸਰੀ ਟਰਮ ਹੈ, ਇਹ AP ਦੀ ਤੀਸਰੀ ਟਰਮ ਹੈ, ਇਹ AP ਦੀ ਚੌਥੀ ਟਰਮ ਹੈ। 9 ਨਵਾਂ ਹੈ ਕਿ ਇਹ ਅਰਿਥਮੈਟਿਕ ਮੀਨਸ ਨੇ, ਬਟ ਕੰਸੈਪਟ ਸਾਡਾ ਪੁਰਾਣਾ ਹੈ। ਜੇ ਤੁਸੀਂ ਇਸ ਨੂੰ ਅੰਡਰਸਟੈਂਡ ਕਰੋਗੇ, ਸਾਨੂੰ 2 ਨੰਬਰ ਦਿੱਤੇ ਜਾਣਗੇ, ਉਹਨਾਂ ਦੇ ਵਿਚਕਾਰ ਅਸੀਂ ਕਿੰਨੀਆਂ ਵੀ ਅਰਿਥਮੈਟਿਕ ਮੀਨਸ ਇਨਸਰਟ ਕਰ ਸਕਦੇ ਹਾਂ ਜਾਂ ਸਾਨੂੰ ਕਰਨ ਦੇ ਲਈ ਕਿਹਾ ਜਾਊਗਾ। ਤਾਂ ਉਹ ਜਿਹੜੀਆਂ ਅਰਿਥਮੈਟਿਕ ਮੀਨਸ ਨੇ ਉਹ ਹੁੰਦੀਆਂ ਕੀ ਨੇ ਕਿ ਉਹ ਰਿਜ਼ਲਟਿੰਗ ਜੋ ਸਾਡੀ ਸੀਕੁਐਂਸ ਬਣਨੀ ਹੈ ਕੀ ਬਣਨੀ ਹੈ AP। ਸੋ ਸਾਨੂੰ ਉਹਦੇ ਵਿੱਚ A ਵੀ ਪਤਾ ਹੈ ਜਿੱਥੋਂ ਅਸੀਂ ਸਟਾਰਟ ਕਰ ਰਹੇ ਹਾਂ, ਸਾਨੂੰ ਲਾਸਟ ਟਰਮ ਵੀ ਪਤਾ ਹੈ। ਜਿੰਨੀਆਂ ਮੀਨਸ ਅਸੀਂ ਇਨਸਰਟ ਕਰਨੀਆਂ ਨੇ ਉਸ ਤੋਂ 2 ਜ਼ਿਆਦਾ ਉਹ ਵਾਲੀ ਟਰਮ ਹੋਏਗੀ। ਜਿਵੇਂ ਇੱਥੇ ਮੈਂ ਇੱਕ ਮੀਨ ਇਨਸਰਟ ਕਰੀ ਤਾਂ ਇਹ ਤੀਜੀ ਟਰਮ ਬਣੀ ਕਿਉਂਕਿ ਇੱਕ ਮੂਹਰੇ ਪਈ ਹੈ। ਇੱਥੇ ਮੈਂ 3 ਮੀਨਸ ਇਨਸਰਟ ਕਰੀਆਂ, ਇੱਕ ਅੱਗੇ ਪਈ ਹੈ 4, ਤਾਂ ਇਹ ਵਾਲੀ ਟਰਮ ਮੇਰੀ ਕਿੰਨੀ ਵੀ ਬਣੀ 5th ਟਰਮ ਬਣੀ। ਸਪੋਜ਼ ਮੈਂ 10 ਮੀਨਸ ਇਨਸਰਟ ਕਰਨੀਆਂ ਨੇ ਤਾਂ ਉਸ AP ਦੇ ਵਿੱਚ ਕਿੰਨੀਆਂ ਟਰਮਸ ਹੋਣਗੀਆਂ। 10 ਤਾਂ ਮੈਂ ਇਨਸਰਟ ਕਰਤੀਆਂ, 2 ਮੈਨੂੰ ਦਿੱਤੀਆਂ ਸੀ ਉਹਨਾਂ ਨੇ, ਟੋਟਲ ਹੋ ਗਈਆਂ 12। ਇਹਦਾ ਮਤਲਬ ਜਿਹੜੀ ਲਾਸਟ ਟਰਮ ਹੋਏਗੀ ਉਹ T12 ਹੋਏਗੀ, 12ਵੀਂ ਟਰਮ ਲਾਸਟ ਹੋਏਗੀ। ਮੈਨੂੰ A ਵੀ ਪਤਾ, ਮੈਨੂੰ N ਵੀ ਪਤਾ ਹੈ, ਅਤੇ ਮੈਨੂੰ D ਵੀ ਪਤਾ ਹੈ। ਸੋ ਮੈਂ ਕੋਈ ਵੀ ਟਰਮ ਫਾਈਂਡ ਕਰ ਸਕਦਾ, ਮੈਂ ਦੂਸਰੀ ਵੀ ਫਾਈਂਡ ਕਰ ਸਕਦਾ, ਤੀਸਰੀ ਵੀ ਫਾਈਂਡ ਕਰ ਸਕਦਾ, ਚੌਥੀ। ਮੀਨਸ ਮੈਂ ਕੋਈ ਵੀ ਅਰਿਥਮੈਟਿਕ ਮੀਨ ਜਿਹੜੀ ਹੈ ਫਾਈਂਡ ਕਰ ਸਕਦਾ ਹੈ ਜੇਕਰ ਤੁਹਾਨੂੰ AP ਆਉਂਦੀ ਹੈ, ਅਰਿਥਮੈਟਿਕ ਪ੍ਰੋਗਰੈਸ਼ਨ ਆਉਂਦੀ ਹੈ 10th ਕਲਾਸ ਦੀ। ਸੋ AM ਤਾਂ ਅਰਿਥਮੈਟਿਕ ਮੀਨ ਦੇ ਲਈ ਇੱਕ ਛੋਟਾ ਜਿਹਾ ਫਾਰਮੂਲਾ ਬਣਾਉਂਦੇ ਹਾਂ ਅਸੀਂ ਕਿ ਜੇ ਸਪੋਜ਼ ਸਾਡੇ ਪਾਸ 2 ਨੰਬਰ ਨੇ A ਅਤੇ B, ਇਹਨਾਂ ਦੇ ਵਿਚਕਾਰ ਮੈਂ ਇੱਕ ਅਰਿਥਮੈਟਿਕ ਮੀਨ ਜਿਹੜੀ ਹੈ ਇਨਸਰਟ ਕਰਨੀ ਹੈ। ਸੋ ਇਹਦਾ ਫਾਰਮੂਲਾ ਕੀ ਹੋਏਗਾ। ਸੋ ਜੇਕਰ ਇਹ ਰਿਜ਼ਲਟਿੰਗ ਜੋ ਸੀਕੁਐਂਸ ਹੈ ਇਟ ਬਿਕਮਸ ਐਨ AP, ਇਹ AP ਹੈ। ਸੋ ਜਿਹੜਾ ਕਾਮਨ ਡਿਫਰੈਂਸ ਹੋਏਗਾ 2 ਟਰਮਸ ਦੇ ਵਿੱਚ, ਇਹਨਾਂ ਦੇ ਵਿੱਚ ਅਰਿਥਮੈਟਿਕ ਮੀਨ ਦੇ ਵਿੱਚੋਂ ਮੈਂ A ਨੂੰ ਮਾਈਨਸ ਕਰ ਦਿਆਂ, ਇਹ ਬਰਾਬਰ ਹੋਣਾ ਚਾਹੀਦਾ ਜੇ ਮੈਂ B ਦੇ ਵਿੱਚੋਂ ਅਰਿਥਮੈਟਿਕ ਮੀਨ ਮਾਈਨਸ ਕਰਦੇ ਹਾਂ। ਦੇਖੋ ਮੈਂ ਕੀ ਕੀਤਾ ਹੈ, T2 ਦੇ ਵਿੱਚੋਂ T1 ਮਾਈਨਸ ਕਰੀ ਹੈ, ਇਸੇ ਤਰ੍ਹਾਂ T3 ਦੇ ਵਿੱਚੋਂ T2 ਮਾਈਨਸ ਕਰੀਏ। ਦੋਨਾਂ ਦਾ ਅੰਤਰ ਕੀ ਹੋਣਾ ਚਾਹੀਦਾ, ਕਾਮਨ ਡਿਫਰੈਂਸ ਹੋਣਾ ਚਾਹੀਦਾ। ਸੋ ਮੈਂ ਅਰਿਥਮੈਟਿਕ ਮੀਨ ਨੂੰ ਇੱਕ ਸਾਈਡ ਕਲੈਕਟ ਕਰ ਲੈਣਾ ਹੈ, AM + AM ਅਰਿਥਮੈਟਿਕ ਮੀਨ ਦੈਟ ਇਜ਼ ਇਕੁਅਲ ਟੂ A ਇੱਧਰ ਆ ਜਾਏਗਾ, A + B ਬਣ ਜਾਏਗਾ। ਸੋ 2 ਟਾਈਮਸ ਆਫ ਅਰਿਥਮੈਟਿਕ ਮੀਨ, ਜੇ ਮੈਂ ਸਿੰਗਲ ਅਰਿਥਮੈਟਿਕ ਮੀਨ ਦੀ ਗੱਲ ਕਰਾਂ, ਸੋ ਦੈਟ ਇਜ਼ ਇਕੁਅਲ ਟੂ ਅਰਿਥਮੈਟਿਕ ਮੀਨ ਦਾ ਫਾਰਮੂਲਾ ਕੀ ਬਣ ਜਾਏਗਾ A + B/2। ਸਪੋਜ਼ ਮੇਰੇ ਪਾਸ 7 ਅਤੇ 19 2 ਨੰਬਰ ਨੇ, ਇਹਨਾਂ ਦੇ ਵਿਚਕਾਰ ਮੈਂ ਕੋਈ ਅਰਿਥਮੈਟਿਕ ਮੀਨ ਇਨਸਰਟ ਕਰਨੀ ਹੈ ਤਾਂ ਮੈਂ ਕੀ ਕਰਾਂਗਾ 7 ਅਤੇ 9 ਨੂੰ ਐਡ ਅਪ ਕਰਾਂਗਾ, 19 ਨੂੰ 26 ਅਤੇ ਉਸ ਦਾ ਕੀ ਕਰ ਦਿਆਂਗਾ ਹਾਫ। ਸੋ 13 ਕੀ ਬਣ ਜਾਏਗੀ ਅਰਿਥਮੈਟਿਕ ਮੀਨ ਬਣ ਜਾਏਗੀ। ਕਹਿਣ ਤੋਂ ਭਾਵ ਕਿ ਜੇ ਮੈਂ ਵਿਚਕਾਰ ਇਹਦੇ 13 ਲਿਖਦੇ ਹਾਂ ਤਾਂ ਇਹ ਕੀ ਬਣ ਜਾਏਗੀ AP ਬਣ ਜਾਏਗੀ, ਕਿਉਂਕਿ 2 ਨੰਬਰਾਂ ਨਾਲ ਤਾਂ AP ਹੈ ਨਹੀਂ ਸੀ, ਇਹ 3 ਨਾਲ ਬਣ ਗਈ ਹੈ। 7 ਅਤੇ 6 13, 13 ਅਤੇ 6 19, ਤਾਂ 13 ਕੀ ਹੋਇਆ ਸਾਡਾ ਅਰਿਥਮੈਟਿਕ ਮੀਨ ਹੋਇਆ। ਅਸੀਂ ਇੱਕ ਤੋਂ ਜ਼ਿਆਦਾ ਅਰਿਥਮੈਟਿਕ ਮੀਨਸ ਵੀ ਇਨਸਰਟ ਕਰ ਸਕਦੇ ਹਾਂ। ਲਾਈਕ ਸਪੋਜ਼ ਮੈਨੂੰ ਕੋਈ ਕਹੇ ਜੀ ਇਹਨਾਂ ਦੇ ਵਿਚਕਾਰ 3 ਅਰਿਥਮੈਟਿਕ ਮੀਨਸ ਇਨਸਰਟ ਕਰ ਦਿਓ, ਇਹੀ ਕੁਐਸਚਨ ਆਪਾਂ 3 ਦੇ ਵਿੱਚ ਲਾ ਲੈਂਦੇ ਹਾਂ। 7 ਹੈ,
19 ਹੈ ਤਾਂ 3 ਅਰਿਥਮੈਟਿਕ ਮੀਨਸ A1 A2 A3। ਅਰਿਥਮੈਟਿਕ ਮੀਨ ਨੂੰ ਅਸੀਂ ਵੱਡੀ A ਦੇ ਨਾਲ ਡਿਨੋਟ ਕਰਦੇ ਹਾਂ, ਛੋਟੀ A ਦੇ ਨਾਲ ਅਸੀਂ ਟਰਮ ਨੂੰ ਡਿਨੋਟ ਕਰਦੇ ਹਾਂ AP ਦੀ, ਕਿ ਟਰਮ ਕਿਹੜੀ ਹੈ ਇਹ AN। ਤਾਂ ਜਿਹੜੀ ਇਹ ਅਸੀਂ ਅਰਿਥਮੈਟਿਕ ਮੀਨ ਦੇ ਲਈ ਯੂਜ਼ ਕਰਦੇ ਹਾਂ, ਇਸ ਗੱਲ ਦਾ ਧਿਆਨ ਰੱਖਣਾ ਹੈ। ਸੋ ਮੈਨੂੰ ਇੱਥੇ L ਪਤਾ ਹੈ, L ਕਿਹੜੀ ਹੈ T5 ਹੈ, ਕਿਉਂਕਿ 3 ਅਰਿਥਮੈਟਿਕ ਮੀਨਸ ਇਨਸਰਟ ਕਰ ਰਿਹਾ ਮੈਂ। ਸੋ T5 ਕੀ ਬਣਿਆ ਮੇਰਾ A+4D। ਮੈਨੂੰ A ਵੀ ਪਤਾ ਹੈ, ਇਹ ਕਿੰਨਾ ਹੈ 7 ਹੈ। ਸੋ ਮੈਂ A ਇੱਥੇ ਭਰ ਦੇਣਾ 7 + 4D = ਲਾਸਟ ਟਰਮ ਕਿੰਨੀ ਹੈ 19। ਸੋ 7 ਮੈਂ ਇੱਧਰ ਆ ਕੇ ਮਾਈਨਸ ਕਰ ਦਿੰਦਾ ਹੈ, ਦੈਟ ਮੀਨਸ 19 - 7 = 4D। So that means 12 = 4D। So 4 3 is 12। So D ਮੇਰੇ ਪਾਸ ਕੀ ਆ ਗਿਆ, ਕਾਮਨ ਡਿਫਰੈਂਸ ਕਿੰਨਾ ਆ ਗਿਆ 3। ਸੋ ਇਹਨਾਂ ਸਾਰਿਆਂ ਦੇ ਵਿੱਚ 3 3 ਦਾ ਫਰਕ ਹੈ। ਸੋ 7 + 3 10। ਤੁਸੀਂ T2 ਇਹ ਸੈਕੰਡ ਟਰਮ ਹੈ AP ਦੀ, ਇਹ AP ਦੀ ਫਸਟ ਟਰਮ ਹੈ, ਇਹ ਸੈਕੰਡ ਟਰਮ ਹੈ। ਤੁਸੀਂ T2 ਦਾ ਫਾਰਮੂਲਾ ਵੀ ਯੂਜ਼ ਕਰ ਸਕਦੇ ਹੋ, ਜਿਸ ਨੂੰ ਅਸੀਂ A2 ਦਾ ਫਾਰਮੂਲਾ ਬੋਲਦੇ ਹਾਂ ਸੈਕੰਡ ਟਰਮ ਦਾ। ਸੋ A3 ਥਰਡ ਟਰਮ ਦਾ ਫਾਰਮੂਲਾ, ਜੋ ਕਿ ਸਾਡੀ ਸੈਕੰਡ ਮੀਨ ਹੈ। ਸੋ 10 ਤੇ 3 13। ਮੇਨ ਸੈਕੰਡ ਹੈ ਇਹ, ਦੇਖੋ ਇਹ ਫਸਟ ਮੀਨ ਹੈ, ਇਹ ਸੈਕੰਡ ਮੀਨ ਹੈ। ਬਟ ਜੇ ਮੈਂ ਸੀਕੁਐਂਸ ਦੇ ਵਿੱਚ ਟਰਮ ਦੇਖਾਂ ਤਾਂ ਫਸਟ ਸੈਕੰਡ ਥਰਡ ਟਰਮ ਇਹ ਮੇਰੀ ਤੀਜੀ ਹੈ, ਛੋਟੀ A3। ਸੋ ਥਰਡ ਮੀਨ ਕਿੰਨੀ ਹੈ ਮੇਰੇ ਪਾਸ 13 + 3 16, 16 ਤੇ 3 19। ਦੇਖੋ ਇਹ ਸਾਰੀ ਕੀ ਬਣ ਗਈ ਹੈ AP ਬਣ ਗਈ ਹੈ। ਸੋ ਅਸੀਂ 3 ਮੀਨਸ ਇਨਸਰਟ ਕੀਤੀਆਂ ਨੇ ਇਹ ਵਾਲੀਆਂ, ਫਸਟ ਮੀਨ, ਸੈਕੰਡ ਮੀਨ, ਥਰਡ ਮੀਨ। ਤੁਸੀਂ ਕਿੰਨੀਆਂ ਵੀ ਇਨਸਰਟ ਕਰ ਸਕਦੇ ਹੋ। ਸੋ ਸਿੰਪਲ ਇਹ AP ਹੀ ਹੈ। ਜੇਕਰ ਅਰਿਥਮੈਟਿਕ ਮੀਨ ਨੂੰ ਜੇਕਰ ਤੁਸੀਂ AP ਦੀ ਫਾਰਮ 'ਚ ਲੈ ਕੇ ਚੱਲੋਗੇ ਤਾਂ AP ਹੀ ਹੈ ਇੱਕ, ਕਿਉਂਕਿ ਰਿਜ਼ਲਟ ਸਾਡੇ ਪਾਸ ਕੀ ਆ ਰਿਹਾ ਹੈ AP ਆ ਰਿਹਾ ਹੈ। ਸੋ ਘਬਰਾਉਣ ਦੀ ਲੋੜ ਨਹੀਂ ਹੈ। ਸਟਿਲ ਜੇਕਰ ਤੁਹਾਡੀ ਕੋਈ ਕੁਐਰੀ ਹੈ ਪਲੀਜ਼ ਕੌਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕੌਮੈਂਟ ਕਰ ਦਿਓ, ਆਪਾਂ ਫਿਰ ਤੋਂ ਕੋਈ ਨਾ ਕੋਈ ਇਸ ਟੌਪਿਕ ਦੇ ਰਿਗਾਰਡਿੰਗ ਜਿਹੜੀ ਹੈ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਲਾਂਗੇ। ਬਟ ਮੈਨੂੰ ਉਮੀਦ ਹੈ ਕਿ ਜਿਹੜਾ ਤੁਹਾਡਾ ਕੰਸੈਪਟ ਹੈ ਇਹ ਵਾਕਈ ਕਲੀਅਰ ਹੋ ਗਿਆ ਹੋਵੇਗਾ, ਕਿ ਈਜ਼ੀ ਹੋ ਗਿਆ ਹੋਵੇਗਾ। ਮੀਨ ਨੂੰ ਦੇਖ ਕੇ ਨਹੀਂ ਘਬਰਾਉਣਾ ਹੈਗਾ, ਸਿੰਪਲੀ ਦਿਮਾਗ ਦੇ ਵਿੱਚ ਕੀ ਰੱਖਣਾ ਹੈ ਕਿ ਇਹ ਕੀ ਹੈ, ਇੱਕ AP ਹੈ। ਕੰਸੈਪਟ ਕਲੀਅਰ ਹੋਣਾ ਚਾਹੀਦਾ ਹੈ, ਫਿਰ ਚਾਹੇ ਕੋਈ ਵੀ ਕੁਐਸਚਨ ਆ ਜਾਏ ਸਾਡੇ ਪਾਸ। ਸੋ ਇਸ ਦੇ ਨਾਲ ਹੀ ਇਸ ਵੀਡੀਓ ਦੇ ਵਿੱਚ ਅਸੀਂ 7-8 ਕੁਐਸਚਨ ਜਿਹੜੇ ਐਕਸਰਸਾਈਜ਼ 9.2 ਦੇ ਨੇ AP ਦੇ ਬੇਸ ਨੇ ਉਹ ਡਿਸਕਸ ਕਰ ਲੈਂਦੇ ਹਾਂ, ਈਜ਼ੀ ਨੇ। ਐਕਸਰਸਾਈਜ਼ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਇੱਥੇ ਫਾਰਮੂਲਾ ਵੀ ਯੂਜ਼ ਕਰਨਾ ਚਾਹੁੰਦੇ ਹੋ, ਲਾਈਕ T2 ਦਾ ਫਾਰਮੂਲਾ ਯੂਜ਼ ਕਰਨਾ ਚਾਹੁੰਦੇ ਹੋ A+1D, ਤਾਂ A ਮੇਰੇ ਪਾਸ 7 ਹੈ, D ਮੇਰੇ ਪਾਸ 3 ਹੈ, ਤਾਂ T2 ਮਤਲਬ ਕਿ ਸੈਕੰਡ ਟਰਮ ਕਿੰਨੀ ਹੈਗੀ 10। ਤਾਂ ਇਸੇ ਤਰ੍ਹਾਂ ਇਹ ਕਿੰਨਵੀਂ ਟਰਮ ਹੈ ਥਰਡ, ਤਾਂ ਤੁਸੀਂ T3 ਦਾ ਫਾਰਮੂਲਾ ਵੀ ਯੂਜ਼ ਕਰ ਸਕਦੇ ਹੋ। T3 = ਥਰਡ ਟਰਮ ਕਿਸ ਦੇ ਬਰਾਬਰ ਹੁੰਦੀ ਹੈ AP ਦੀ A+n-1। ਸੋ ਇੱਕ ਘੱਟ ਆਉਣਾ ਇੱਥੇ, n-1 ਦਾ ਫਾਰਮੂਲਾ ਹੈ, ਤਾਂ n-1 ਮੀਨਸ 2D। ਸੋ ਦਿਸ = A ਮੇਰੇ ਪਾਸ 7 ਹੈ +2 × D ਮੇਰੇ ਪਾਸ 3 ਹੈ। ਸੋ 3 ਦੂਣੀ 6, 6 ਤੇ 7 13। ਤਾਂ ਤੀਸਰੀ ਟਰਮ ਮੇਰੇ ਪਾਸ ਕਿੰਨੀ ਹੈਗੀ 13 ਆਏਗੀ, ਜਿਹੜੀ ਕਿ ਸੈਕੰਡ ਮੀਨ ਹੈ। ਦੇਖੋ ਮੀਨ ਅਤੇ ਟਰਮ ਦੇ ਵਿੱਚ ਕਨਫਿਊਜ਼ ਨਹੀਂ ਹੋਣਾ ਹੈਗਾ ਆਪਾਂ ਨੇ। AP ਦੇ ਵਿੱਚ ਇਹ ਥਰਡ ਟਰਮ ਹੈ, ਬਟ ਕੁਐਸਚਨ ਦੇ ਵਿੱਚ ਇਹ ਮੇਰੀ ਸੈਕੰਡ ਮੀਨ ਹੈ। ਫਸਟ ਮੀਨ, ਸੈਕੰਡ ਮੀਨ, ਥਰਡ ਮੀਨ। ਬਟ ਜੇ ਮੈਂ ਪੂਰੀ ਸੀਕੁਐਂਸ ਨੂੰ ਦੇਖਾਂ ਤਾਂ ਇਸ ਦਾ ਨੰਬਰ ਕਿੰਨਵਾਂ ਆਉਂਦਾ ਹੈ ਫਸਟ, ਇਹ ਸੈਕੰਡ ਪੋਜੀਸ਼ਨ 'ਤੇ ਹੈ। ਸੈਕੰਡ ਟਰਮ ਹੈ, ਮੀਨ ਫਸਟ ਹੈ, ਇਹ ਥਰਡ ਟਰਮ ਹੈ, ਮੀਨ ਸੈਕੰਡ ਹੈ। ਬਣਨੀ AP ਹੀ ਹੈ, ਕੰਸੈਪਟ ਅਸੀਂ AP ਦਾ ਹੀ ਯੂਜ਼ ਕਰਨਾ ਹੈ। ਸੋ AP ਦਾ ਫਾਰਮੂਲਾ ਜੇ ਮੈਂ 13 ਫਾਈਂਡ ਕਰਨ ਵਾਸਤੇ ਲਾਉਣਾ ਹੋਵੇ ਤਾਂ ਮੈਨੂੰ T3 ਦਾ ਫਾਰਮੂਲਾ ਲਾਉਣਾ ਪਏਗਾ ਥਰਡ ਟਰਮ ਦਾ। ਸੋ ਇਸ ਗੱਲ ਦਾ ਧਿਆਨ ਰੱਖਣਾ ਹੈ। ਸੋ ਐਕਸਰਸਾਈਜ਼ 9.2 ਦਾ ਕੁਐਸਚਨ ਨੰਬਰ 1 ਕੀ ਹੈ, ਫਾਈਂਡ ਦੀ ਸਮ ਆਫ ਔਡ ਇੰਟੀਜਰਸ ਫਰੋਮ 1 to 2001। ਸੋ ਅਸੀਂ ਔਡ ਇੰਟੀਜਰਸ ਲੈਣੇ ਨੇ 1 ਤੋਂ ਲੈ ਕੇ 2001 ਤੱਕ। ਸੋ ਔਡ ਇੰਟੀਜਰਸ ਕਿਹੜੇ ਨੇ 1 3 5 7 ਸੋ ਔਨ 2001 ਤੱਕ। ਸੋ 2001 ਵੀ ਔਡ ਹੈ। ਸੋ ਸਾਡੇ ਪਾਸ A ਹੈ, ਇਹ AP ਹੈ, ਸਾਰਿਆਂ ਦੇ ਵਿੱਚ 2 2 ਦਾ ਫਰਕ ਹੈ। A ਮੈਨੂੰ ਪਤਾ ਹੈ ਕਿੰਨਾ ਹੈ 1 ਹੈ। ਕਾਮਨ ਡਿਫਰੈਂਸ D ਕਿੰਨਾ ਹੈ 2 2 ਦਾ ਫਰਕ ਹੈ 2 ਹੈ। ਅਤੇ ਲਾਸਟ ਟਰਮ ਜਿਸ ਨੂੰ ਅਸੀਂ TN ਬੋਲ ਸਕਦੇ ਹਾਂ = ਕੀ ਹੈ 2001 ਹੈ। ਸੋ ਮੈਨੂੰ ਸਮ ਦਾ ਫਾਰਮੂਲਾ ਲਾਉਣ ਵਾਸਤੇ A ਪਤਾ ਹੈ,
डी पता है, बट मेरे पास एन मिसिंग है। सम का फार्मूला नहीं अप्लाई कर सकता मैं, सो एन फाइंड करना पएगा। सो टी एन का फार्मूला मेरे पास होंदा है ए प्लस एन माइनस वन इंटू डी इज इक्वल टू किस दे आ गया 2001 दे। सो ए कितना मेरे पास 1 प्लस एन माइनस वन इंटू 2 इज इक्वल टू 2001। सो 1 ਨੂੰ मैं उस साइड जाके सबट्रैक्ट कर देना है, इज इक्वल टू 2001 माइनस 1। सो रह कितना गया 2000। सो एन माइनस वन इंटू 2, सो 2 कैंसल आउट हो जाएगा, ये रह जाएगा 1000। सो एन माइनस वन की आ गया मेरे पास 1000। सो एन की आया मेरे पास 1 उधर जाके ऐड हो जाएगा 1000 प्लस 1 इज इक्वल टू 1001। सो जो साढ़े पास सीकुएंस है ये वाली, इस दे विच किन्नियां टर्म्स ने, एन कितना आ गया साढ़े पास 1001 टर्म है इस दे विच। सो असी एस एन का फार्मूला यूज़ करना, सम फाइंड करना है एस एन। सो दो फार्मूले ने साढ़े पास एन ओवर टू ए प्लस एन माइनस वन इंटू डी, दूसरा साढ़े पास फार्मूला है एन ओवर 2 ए प्लस एल। सो दोने आलमोस्ट है सेम ही ने, ये साड़ी कैलकुलेशन लेंथी हो जानी है क्योंकि ए प्लस एन माइनस वन इंटू डी का वैल्यू साढ़े पास ऑलरेडी पता है 2001, जिसनों असीं की बोलते हैं एल बोलते हैं, साढ़े पास एल है। सो असी कैलकुलेशन को लेंथी क्यों करना है, ये वाला फार्मूला असी यूज़ नहीं करांगे। सो डायरैक्टली एन साढ़े पास कितना 1001 ओवर 2 इंटू ए प्लस एल, ए 1 है, एल 2001 है। सो 1 प्लस 2001, सो ये बन जाएगा साढ़े पास 1001 इंटू 2002 डिवाइडेड बाय 2। सो 2 तो कैंसल हो जाएगा, इसका हाफ की होएगा 1001। सो 1001 गुणा 1001, ये साढ़े लोअर क्लासेस दे विच एक ट्रिक है कि इसका कितना आंसर होएगा। सो ये होएगा 1002,001। सो ये तुसीं 8th क्लास ਦੇ ਵਿੱਚ आई थिंक स्टैंडर्ड ਦੇ ਵਿੱਚ ਪੜ੍ਹਿਆ ਕਿ ਜੇਕਰ ਇਸ ਤਰ੍ਹਾਂ ਦੀ ਵੈਲਿਊ ਆ ਜੇ ਤਾਂ ਅਸੀਂ ਇਸ ਤਰ੍ਹਾਂ ਉਸ ਨੂੰ ਐਡ ਅਪ ਕਰ ਲੈਂਦੇ ਹਾਂ ਅਤੇ ਸਾਡੇ ਪਾਸ ਰਿਜ਼ਲਟ ਜਿਹੜਾ ਇਹ ਈਜ਼ੀ ਹੋ ਜਾਂਦਾ ਹੈ ਮਲਟੀਪਲੀਕੇਸ਼ਨ ਦਾ। ਇਸੇ ਤਰ੍ਹਾਂ ਜੇਕਰ ਸਾਡੇ ਪਾਸ 10,0,0,1 3 ਜ਼ੀਰੋਜ਼ ਹੋਣ ਤਾਂ ਅਸੀਂ ਇੱਥੇ 3 ਜ਼ੀਰੋਜ਼ ਪਾ ਕੇ आंसर फाइंड कर सकते हैं। सो ये ट्रिक है ये सो साडा क्वेश्चन हो गया, ये वाला आंसर साडा एस एन किया गया है 1002,001। क्वेश्चन नंबर 2 भी जिहड़ा है वो आलमोस्ट असीं 10th क्लास दे विच कर चुके हैं। फाइंड द सम ऑफ ऑल नैचुरल नंबरस लाइंग बिटवीन 100 एंड 1000 विच आर मल्टीपल ऑफ 5। सो 100 तो लैके 1000 दे विच मल्टीपल ऑफ 5 बिटवीन विचकार बराबर नहीं कहा, 100 नहीं लेना, असी कितों स्टार्ट करना सी 100 5 110 सो ऑन कितने तक जाना है बिटवीन 1000 तो छोटा कौन है 995 जो 5 का की है मल्टीपल है, बिटवीन नॉट इक्वल टू। सो 100 तो 1000 के कन्फ्यूज़ नहीं हो जाना है। सो सानू ये पता है इत्थे ए इज इक्वल टू की है फस्ट टर्म साढ़े पास 105 है, डिफरेंस किन्ने किन्ने का पै रहा 5 का, 110 के 105 घटा के देख सकते हैं असं डिफरेंस 5 हो गया। तो इस तरह सानू लास्ट टर्म पता है 995 जिसनों असी टी एन भी लिख सकते हैं। सानू एन जिहड़ा है वो नहीं पता है कि असी किन्नियां टर्म्स नू एड अप करना है, किन्हां नू जोड़ना है। सो सानू एन चाहिए है, जो जे असी फार्मूला यूज़ करिए ए प्लस एल वाला, ए है साढ़े पास एल है बट उसके अगे एन ओवर 2 होंदा है, एन नहीं है। सो टी एन के उपर असी फार्मूला ला लैने, टी एन की होंदा साढ़े पास ए प्लस एन माइनस वन इंटू डी इज इक्वल टू 995। सो ए की वैल्यू जी असी पुट कर लेने 105 प्लस एन माइनस वन इंटू डी साढ़े पास 5 है, दैट इज़ इक्वल टू 995।
105 ਨੂੰ ਉੱਧਰ ਜਾ ਕੇ ਮਾਈਨਸ ਕਰ ਦਿੰਦੇ ਹਾਂ ਅਸੀਂ। n-1 × 5 = 995 - 105। ਸੋ ਇਹ ਆ ਗਿਆ ਮੇਰੇ ਪਾਸ 890। n-1 × 5 995 ਦੇ ਵਿੱਚੋਂ ਅਸੀਂ 105 ਹਟਾਤਾ 890। ਸੋ 5 ਤੇ ਕੈਂਸਲ ਆਊਟ ਹੁੰਦਾ ਹੈ। 5 1 is 5 3 9 7 5 35 4 8 40 178 178 ਤੇ ਕੈਂਸਲ ਆਊਟ ਹੋ ਗਿਆ। ਸੋ n-1 = 178। ਸੋ n ਕੀ ਆ ਗਿਆ ਮੇਰੇ ਪਾਸ 178 + 1 = 179। ਸੋ ਸਾਨੂੰ n ਜਿਹੜਾ ਹੈ ਉਹ ਪਤਾ ਲੱਗ ਗਿਆ ਹੈ। n = 179 ਆ ਗਿਆ ਹੈ। ਸੋ A ਪਤਾ ਹੈ, D ਪਤਾ ਹੈ, L ਪਤਾ ਹੈ ਅਤੇ N ਵੀ ਪਤਾ ਲੱਗ ਗਿਆ ਹੈ 179। ਸੋ ਅਸੀਂ ਸਮ ਫਾਈਂਡ ਕਰਨਾ 179 ਟਰਮਸ ਦਾ S7 179। ਸੋ n/2 A + L, ਕਿਉਂਕਿ L ਸਾਨੂੰ ਪਤਾ ਹੈ ਲਾਸਟ ਟਰਮ। ਸੋ n ਮੇਰੇ ਪਾਸ 179 ਹੈ /2 A ਆਪਣੇ ਪਾਸ 105 ਹੈ ਅਤੇ L 995 ਹੈ 995। ਸੋ ਐਡਅਪ ਕਰ ਲੈਂਦੇ ਅਸੀਂ 179 × ਸੋ 1100 ਹੋ ਗਿਆ ਸਾਡੇ ਪਾਸ ਇਹ ਡਿਵਾਈਡਡ ਬਾਏ 2। ਸੋ 2 ਜਿਹੜਾ ਹੈ 1100 ਤੇ ਕੈਂਸਲ ਆਊਟ ਹੁੰਦਾ ਹੈ। ਸੋ 550 = 179 × 550। ਸੋ ਇਸ ਨੂੰ ਤੁਸੀਂ ਮਲਟੀਪਲਾਈ ਕਰ ਸਕਦੇ ਹੋ ਅਤੇ ਤੁਹਾਡੇ ਪਾਸ ਆਨਸਰ ਆਏਗਾ S179 = ਸੋ ਇਸ ਦਾ ਆਨਸਰ ਜਿਹੜਾ ਹੈ ਮੈਂ ਕੈਲਕੂਲੇਟ ਕੀਤਾ ਹੈ ਉਹ ਹੈ 98450। ਸੋ ਸਮ ਆਫ ਦਾ ਗਿਵਨ ਸੀਕੁਐਂਸ ਜਾਂ ਸੀਰੀਜ਼ ਸਾਡੇ ਪਾਸ ਕੀ ਹੈ 98,450। ਇਹ ਸਾਡੇ ਪਾਸ ਕੀ ਬਣ ਗਿਆ ਸੀਰੀਜ਼ ਬਣ ਗਈ ਹੈ ਜਿਹੜੀ 105 ਤੋਂ ਸਟਾਰਟ ਹੋ ਕੇ ਕਿੱਥੇ ਤੱਕ ਜਾਂਦੀ ਹੈ 995 ਤੱਕ, ਕਿਉਂਕਿ ਪਲੱਸ ਦਾ ਸਾਈਨ ਹੈ ਤਾਂ ਜਦੋਂ ਸਮੇਸ਼ਨ ਆ ਗਿਆ ਉਸਨੂੰ ਅਸੀਂ ਕੀ ਬੋਲਦੇ ਹਾਂ ਸੀਰੀਜ਼, ਸਮ ਆਫ ਸੀਰੀਜ਼। ਇਸ ਤੋਂ ਬਾਅਦ ਸਾਡੇ ਪਾਸ ਹੈ ਕੁਐਸਚਨ ਨੰਬਰ 3। ਕੁਐਸਚਨ ਨੰਬਰ 3 ਜਿਹੜਾ ਇਹ ਵਾਕਈ +1 ਕਲਾਸ ਦੇ ਲੈਵਲ ਦਾ ਹੈ। ਸੋ ਇਨ ਐਨ AP ਫਸਟ ਟਰਮ ਇਜ਼ 2। ਸੋ ਸਾਨੂੰ A ਗਿਵਨ ਹੈ, ਇਹ ਤਾਂ ਸਾਨੂੰ ਪਹਿਲਾਂ ਹੀ ਲੱਭਿਆ ਹੈ A = 2 ਹੈ ਐਂਡ ਸਮ ਆਫ ਫਸਟ 5 ਟਰਮਸ ਇਜ਼ 1/4 ਆਫ ਨੈਕਸਟ 5 ਟਰਮਸ। ਸੋ ਐਕਚੁਅਲੀ ਉਹਨੇ ਸਮ ਦੀ ਗੱਲ ਕੀਤੀ ਇੱਥੇ, ਨੈਕਸਟ ਸਮ ਆਫ ਨੈਕਸਟ 5 ਟਰਮਸ। ਸੋ ਜੋ ਸਾਡਾ ਕੁਐਸਚਨ ਦੇ ਵਿੱਚ ਜੋ ਹੁਣ ਤੱਕ ਅਸੀਂ ਸਿੱਖਿਆ AP ਦੇ ਵਿੱਚ, ਉਹਦੇ ਵਿੱਚ ਅਸੀਂ ਜੋ ਸਮ ਦਾ ਫਾਰਮੂਲਾ ਸਿੱਖਿਆ ਹੈ SN ਦਾ। ਸੋ ਉਹ ਕੀ ਹੁੰਦਾ ਹੈ ਕਿ ਸਪੋਜ਼ ਅਸੀਂ ਫਸਟ 5 ਟਰਮਸ ਸਾਡੇ ਪਾਸ ਕੋਈ AP ਹੈ, ਸਪੋਜ਼ ਅਸੀਂ ਐਗਜ਼ਾਮਪਲ ਲੈ ਲੈਂਦੇ ਹਾਂ 5 7 9 11 13। ਸੋ ਅਸੀਂ ਫਸਟ 5 ਟਰਮਸ ਦਾ ਫਾਰਮੂਲਾ ਅਪਲਾਈ ਕਰਦੇ ਹਾਂ ਕਿ ਫਸਟ 5 ਦਾ ਸਾਡੇ ਕੋਲ ਇੱਦਾਂ ਦਾ ਕੋਈ ਕੰਸੈਪਟ ਨਹੀਂ ਹੈ ਕਿ ਅਸੀਂ ਨੈਕਸਟ 3 ਦਾ ਸਮ ਫਾਈਂਡ ਕਰ ਸਕੀਏ ਕਿ ਇਨ ਬਿਟਵੀਨ ਕਿ ਜੀ 6 ਤੋਂ ਲੈ ਕੇ 8 ਤੱਕ ਟਰਮ ਦਾ ਸਮ ਫਾਈਂਡ ਕਰ ਦਿਓ। ਇਹਦੇ ਵਾਸਤੇ ਸਾਡੇ ਪਾਸ ਕੋਈ ਫਾਰਮੂਲਾ ਅਵੇਲੇਬਲ ਨਹੀਂ ਹੈ। ਅਸੀਂ ਕੇਵਲ ਅਤੇ ਕੇਵਲ ਇਹ ਸ਼ੁਰੂ ਤੋਂ ਸਟਾਰਟ ਹੋ ਕੇ ਫਸਟ ਤੋਂ ਸਟਾਰਟ ਹੋ ਕੇ ਜਿੱਥੇ ਤੱਕ ਸਾਨੂੰ ਕਹਿਣਗੇ ਅਸੀਂ ਉੱਥੇ ਤੱਕ ਕਰ ਸਕਦੇ ਹਾਂ। ਮੀਨਸ ਅਸੀਂ ਸਿੱਧਾ ਹੀ 8ਵੀਂ ਤੱਕ ਫਾਈਂਡ ਕਰ ਸਕਦੇ ਹਾਂ S8। ਜੇ ਮੈਨੂੰ ਕਿਹਾ ਜਾਵੇ ਜੀ S5 5ਵੀਂ ਟਰਮ ਤੱਕ ਫਾਈਂਡ ਕਰ ਦਿਓ ਤਾਂ ਕੀ ਫਾਈਂਡ ਕਰੋਗੇ S5। ਪਰ ਕੋਈ ਇਹ ਕਹੇ ਕਿ ਜੀ 6ਵੀਂ ਤੋਂ ਲੈ ਕੇ ਚੌਥੀ ਕਿੰਨੀ ਵੀ ਹੈ ਮੇਰੇ ਪਾਸ 5ਵੀਂ ਤੋਂ ਲੈ ਕੇ 8ਵੀਂ ਤੱਕ ਫਾਈਂਡ ਕਰ ਦਿਓ, ਇਹਦੇ ਵਾਸਤੇ ਕੋਈ ਫਾਰਮੂਲਾ ਨਹੀਂ ਹੈ। ਸੋ ਇੱਥੇ ਸਾਨੂੰ ਕੀ ਕਿਹਾ ਗਿਆ ਹੈ ਸਮ ਆਫ ਨੈਕਸਟ 5 ਟਰਮ। ਸੋ ਇਹਦੇ ਵਾਸਤੇ ਸਾਡੇ ਪਾਸ ਕੋਈ ਮੈਥਡ ਅਵੇਲੇਬਲ ਨਹੀਂ, ਕੋਈ ਫਾਰਮੂਲਾ ਅਵੇਲੇਬਲ ਨਹੀਂ ਹੈ। ਸੋ ਇਹਦੇ ਵਾਸਤੇ ਅਸੀਂ ਜੋ ਸਾਡਾ ਕੰਸੈਪਟ ਹੈ ਉਸ ਦੀ ਅੰਡਰਸਟੈਂਡਿੰਗ ਜਿਹੜੀ ਹੈ ਉਹਨੂੰ ਯੂਜ਼ ਕਰਨਾ ਹੈ ਅਸੀਂ। ਸੋ S5 ਤਾਂ ਅਸੀਂ ਫਾਈਂਡ ਕਰ ਸਕਦੇ ਹਾਂ ਸਮ ਆਫ ਫਸਟ 5 ਟਰਮਸ, ਸਮ ਆਫ ਫਸਟ 5 ਟਰਮਸ। ਉਹਦੇ ਵਾਸਤੇ ਤਾਂ S5 ਅਸੀਂ ਯੂਜ਼ ਕਰ ਸਕਦੇ ਹਾਂ। ਇਸ 1/4 ਤੋਂ ਭਾਵ ਹੈ 1/4 1/4 ਆਫ ਦੀ ਸਮ ਆਫ ਨੈਕਸਟ 5 ਟਰਮਸ। ਹੁਣ ਇਹਦਾ ਮਤਲਬ ਕੀ ਹੈ, ਸਪੋਜ਼ ਮੇਰੇ ਪਾਸ A1 A2 ਸੋ ਔਨ A5 A6 A10 ਤੱਕ ਹੈ। ਸੋ ਮੇਰੇ ਪਾਸ ਨੈਕਸਟ 5 ਟਰਮਸ ਦਾ ਸਮ ਕੀ ਹੋਏਗਾ। ਸੋ ਫਸਟ 5 ਤੱਕ ਤਾਂ ਹੋ ਗਿਆ S5। ਹੁਣ ਮੈਨੂੰ ਕਿਹਾ ਉਹਨੇ ਕੀ ਹੈ 6 ਤੋਂ ਲੈ ਕੇ 10 ਤੱਕ। ਸੋ ਇਹਦੇ ਵਾਸਤੇ ਕੋਈ ਫਾਰਮੂਲਾ ਨਹੀਂ ਹੈ, ਬਟ ਫਿਰ ਮੈਂ ਇਹਨੂੰ ਕਿਵੇਂ ਫਾਈਂਡ ਕਰ ਸਕਦਾ। ਮੈਂ ਕੀ ਕਰਾਂਗਾ ਕਿ ਮੈਂ
10 ਟਰਮਸ ਦਾ ਸਮ ਫਾਈਂਡ ਕਰਾਂਗਾ 10 ਦਾ ਇਕੱਠਾ ਹੀ S10 ਫਾਈਂਡ ਕਰਾਂਗਾ ਅਤੇ ਉਹਦੇ ਵਿੱਚੋਂ ਪਹਿਲੀਆਂ ਜਿਹੜੀਆਂ 5 ਨੇ ਇਹਨਾਂ ਨੂੰ ਹਟਾ ਦਾਂਗਾ ਮਾਈਨਸ ਕੀ ਕਰ ਦਾਂਗਾ S5 ਸਮ ਆਫ ਫਸਟ 5 ਟਰਮਸ ਮਾਈਨਸ ਕਰ ਦਾਂਗੇ ਹਟਾ ਦਾਂਗੇ ਆਪਾਂ ਤਾਂ ਮੇਰੇ ਕੋਲ ਬਚੇਗਾ ਕੀ ਸਮ ਆਫ ਨੈਕਸਟ 5 ਟਰਮਸ। ਸੋ ਜਿੰਨੀਆਂ ਵੀ ਟਰਮਸ ਦਾ ਉਹਨੇ ਨੈਕਸਟ ਦੀ ਗੱਲ ਕੀਤੀ ਆ ਉਨੀਆਂ ਪਹਿਲਾਂ ਵਾਲੀਆਂ ਦੇ ਵਿੱਚ ਪਾ ਲਾਂਗੇ ਆਪਾਂ ਅਤੇ ਉਹਨਾਂ ਨੂੰ ਹਟਾ ਦਾਂਗੇ ਟੋਟਲ ਦੇ ਵਿੱਚੋਂ। ਜਿਵੇਂ ਇੱਥੇ ਕੀਤਾ ਹੈ ਕਿ ਫਸਟ 5 ਨੇ ਨੈਕਸਟ 5 ਨੇ ਤਾਂ 5 + 5 10 ਤਾਂ ਮੈਂ ਸਮ ਕਿੰਨੇ ਦਾ ਕਰਿਆ 10 ਦਾ ਅਤੇ ਉਹਦੇ ਵਿੱਚੋਂ ਪਹਿਲਾਂ ਵਾਲੀਆਂ 5 ਜਿਹੜੀਆਂ ਨੇ ਹਟਾਤੀਆਂ ਕਿਉਂਕਿ ਨੈਕਸਟ 5 ਚਾਹੀਦੀਆਂ ਨੇ ਮੈਨੂੰ। ਸੋ ਇਹਦੇ ਵਿੱਚ ਕੀ ਬਣੇਗਾ ਮੇਰੇ ਪਾਸ S10 - S5। ਸੋ ਇਹ ਕੰਡੀਸ਼ਨ ਬਣ ਗਈ ਸਾਡੀ ਫਸਟ 5 ਇਜ਼ 1/4 ਆਫ ਨੈਕਸਟ 5। ਨੈਕਸਟ 5 ਦਾ ਸਮ ਕਿਵੇਂ ਲੱਭਾਂਗੇ ਅਸੀਂ 10 ਦੇ ਸਮ ਦੇ ਵਿੱਚੋਂ ਪਹਿਲੇ 5 ਦਾ ਸਮ ਜਿਹੜਾ ਉਹ ਹਟਾ ਦਾਂਗੇ। ਸੋ ਇੱਥੋਂ ਅਸੀਂ ਕ੍ਰੋਸ ਮਲਟੀਪਲਾਈ ਕਰ ਸਕਦੇ ਹਾਂ। ਸੋ 4 ਟਾਈਮਸ ਆਫ sum of first 5 terms is equal to sum of 10 terms minus sum of 5 terms। so S5 like terms ਨੇ ਇਹਨੂੰ ਅਸੀਂ ਇੱਧਰ ਆ ਕੇ ਐਡ ਅਪ ਕਰ ਸਕਦੇ ਹਾਂ। so 4 times of first 5 terms ਦਾ sum plus first 5 ਦਾ sum is equal to sum of 10 terms। so 4 + 1 means 5 times sum of first 5 terms is equal to sum of 10 terms। ਸਾਡੇ ਪਾਸ ਇਹ ਕੰਡੀਸ਼ਨ ਬਣ ਗਈ ਹੈ। ਸੋ S5 ਦਾ ਅਸੀਂ ਫਾਰਮੂਲਾ ਅਪਲਾਈ ਕਰ ਸਕਦੇ ਹਾਂ। ਸਾਡੇ ਪਾਸ D ਨਹੀਂ ਹੈ ਅਤੇ D ਫਾਈਂਡ ਹੋ ਜਾਏਗਾ। S10 ਦਾ ਫਾਰਮੂਲਾ ਵੀ ਅਸੀਂ ਅਪਲਾਈ ਕਰ ਸਕਦੇ ਹਾਂ। ਸੋ ਅਸੀਂ ਫਾਰਮੂਲਾ ਜਿਹੜਾ ਅਪਲਾਈ ਕਰ ਲੈਂਦੇ ਹਾਂ S5 5 ਮਲਟੀਪਲਾਈ S5 ਦਾ ਫਾਰਮੂਲਾ ਕੀ ਹੋਏਗਾ N/2 N ਸਾਡੇ ਪਾਸ 5 ਹੈ 2A plus n minus 1 that means n minus 1 means 5 - 1 4D is equal to S10 n/2 2A plus n minus 1 that means 10 minus 1 9D। ਸੋ ਇਹ ਵਾਲਾ ਜਿਹੜਾ ਫਾਰਮੂਲਾ ਹੈ ਤੁਸੀਂ ਯੂਜ਼ ਕਰ ਲੈਣਾ SN ਦਾ। n ਨੂੰ ਮੈਂ ਆਲਰੇਡੀ ਰਿਪਲੇਸ ਕਰਤਾ ਹੈ 5 ਦੇ ਨਾਲ N/2 2A plus n minus 1 that means 5 - 1 4D। ਇਸੇ ਤਰ੍ਹਾਂ ਇੱਧਰ ਹੈ ਮੇਰੇ ਪਾਸ S10 N/2 2A plus 10 ਸੀ 9D n minus 1 into D। ਸੋ ਦੋਨੋਂ ਸਾਈਡ 2 ਨੀਚੇ ਹੈ 2 ਤਾਂ ਕੈਂਸਲ ਆਊਟ ਹੋ ਜਾਏਗਾ। ਇਸੇ ਤਰ੍ਹਾਂ 5 1 is 5 5 2 is 10 ਉੱਪਰ ਦੋਨੇ ਸਾਈਡ ਕੈਂਸਲ ਕਰ ਸਕਦੇ ਹਾਂ। ਸੋ 5 ਰਹਿ ਗਿਆ 5 ਨੂੰ ਵਿੱਚ ਮਲਟੀਪਲਾਈ ਕਰ ਲੈਂਦੇ ਹਾਂ 5 2 is 10A 5 4 is 20D 2 into 2 is 4A plus 18D। ਸੋ D ਇੱਕ ਸਾਈਡ ਕਲੈਕਟ ਕਰ ਲੈਂਦੇ ਹਾਂ ਅਤੇ A ਇੱਕ ਸਾਈਡ ਕਲੈਕਟ ਕਰ ਲੈਂਦੇ ਹਾਂ 20D minus 18D is equal to 4A minus 10A। ਈਵਨ A ਦੀ ਵੈਲਿਊ ਇੱਥੇ ਸਬਸਟੀਟਿਊਟ ਕਰ ਸਕਦੇ ਸੀ ਬਟ ਇੱਥੇ ਆ ਕੇ ਥੋੜ੍ਹਾ ਈਜ਼ੀ ਹੋ ਜਾਊਗਾ ਸਾਡਾ ਕੁਐਸਚਨ ਕੰਪੈਕਟ ਰਹੇਗਾ ਥੋੜ੍ਹਾ ਜਿਹਾ। ਸੋ 2D is equal to 4A minus 10A ਕੀ ਆ ਗਿਆ -6A। ਸੋ A ਕਿੰਨਾ ਸਾਡੇ ਪਾਸ 2 ਇੱਥੇ ਅਸੀਂ A ਦੀ ਵੈਲਿਊ ਪੁੱਟ ਕਰ ਦਿੰਦੇ ਹਾਂ। ਸੋ 2 3 is 6 ਕੈਂਸਲ ਆਊਟ ਹੋ ਜਾਏਗਾ ਤਾਂ D ਕਿੰਨਾ ਆ ਗਿਆ ਮੇਰੇ ਪਾਸ -3 ਮਲਟੀਪਲਾਈ A is 2। ਸੋ ਇਹ ਆਂਸਰ ਹੈਗਾ -6। ਸੋ ਮੈਨੂੰ D ਪਤਾ ਚੱਲ ਗਿਆ -6 ਕਿਉਂਕਿ A ਪਤਾ ਸੀ ਮੈਨੂੰ N ਵੀ ਪਤਾ ਹੈ। ਸ਼ੋ ਦੈਟ 20th ਟਰਮ N 20 ਹੈ ਬਟ D ਮਿਸਿੰਗ ਸੀ। ਕਾਮਨ ਡਿਫਰੈਂਸ ਜਿਹੜਾ ਹੈ ਮੇਰੇ ਪਾਸ ਉਹ ਕਿਤੇ ਵੀ ਮੌਜੂਦ ਨਹੀਂ ਸੀ। D ਕਿੰਨਾ ਆ ਗਿਆ ਮੇਰੇ ਪਾਸ -6। ਸੋ ਹੁਣ ਮੇਰੇ ਪਾਸ D ਵੀ ਹੈ 20th ਟਰਮ ਫਾਈਂਡ ਕਰਨੀ ਹੈ ਮੀਨਸ N 20 ਹੈ A 2 ਹੈ। ਸੋ ਮੈਂ T20 ਦਾ ਜਿਹੜਾ ਫਾਰਮੂਲਾ ਯੂਜ਼ ਕਰ ਲੈਣਾ। ਸੋ T20 ਜਾਂ ਇਸ ਨੂੰ ਬੋਲ ਸਕਦੇ ਹਾਂ A20 is equal to A plus B minus 1 ਗੁਣਾ D that is equal to A plus 19D। ਸੋ A ਮੈਨੂੰ ਗਿਵਨ ਸੀ 2 plus 19 into D ਫਾਈਂਡ ਕੀਤਾ -6। ਸੋ ਇਹ ਬਣ ਗਿਆ 2 plus 19 into -6
मेरे पास की आएगा -114, सो दिस इज़ इक्वल टू 2 -114, दैट मीनस A20 20ਵੀਂ ਟਰਮ ਸਾਡੇ ਪਾਸ ਕਿੰਨੀ ਹੈਗੀ -112। ਸੋ ਅਸੀਂ ਇਹੀ ਪ੍ਰੂਵ ਕਰਨਾ ਸੀ, ਹੈਂਸ ਪ੍ਰੂਵਡ। ਸੋ ਬਸ ਇਹਦੇ ਵਿੱਚ ਇੱਕ ਹੀ ਟਰੈਪ ਹੈ ਕਿ ਸਾਡੇ ਪਾਸ ਜੋ ਸਮ ਦੇ ਉੱਪਰ ਕੰਡੀਸ਼ਨ ਹੈ ਉਸ ਗੱਲ ਦਾ ਧਿਆਨ ਰੱਖਣਾ ਹੈ ਕਿ ਜਿਹੜਾ ਸਮ ਅਸੀਂ ਫਾਈਂਡ ਕਰਦੇ ਹਾਂ ਫਸਟ ਟਰਮ ਤੋਂ ਲੈ ਕੇ ਜਿੰਨਵੀਂ ਟਰਮ ਤੱਕ ਕਿਹਾ ਗਿਆ ਹੈ ਅਸੀਂ ਉੱਥੇ ਤੱਕ ਹੀ ਫਾਰਮੂਲਾ ਅਪਲਾਈ ਕਰ ਸਕਦੇ ਹਾਂ। AP ਦੇ ਇਨ ਬਿਟਵੀਨ ਇੱਥੋਂ ਇੱਥੇ ਕੋਈ ਫਾਰਮੂਲਾ ਸਾਡੇ ਪਾਸ ਨਹੀਂ ਹੈ। ਸਾਨੂੰ ਹਰ ਵਾਰ ਸ਼ੁਰੂ ਤੋਂ ਸਟਾਰਟ ਕਰਨਾ ਪਏਗਾ। ਇੱਥੋਂ ਲੈ ਕੇ ਅਸੀਂ ਇੱਥੇ ਤੱਕ ਫਾਈਂਡ ਕਰ ਸਕਦੇ ਹਾਂ, ਇੱਥੋਂ ਲੈ ਕੇ ਅਸੀਂ ਇੱਥੇ ਤੱਕ ਫਾਈਂਡ ਕਰ ਸਕਦੇ ਹਾਂ, ਵਿਚਕਾਰ ਕਿਤੇ ਨਹੀਂ ਫਾਈਂਡ ਕਰ ਸਕਦੇ। ਸੋ ਅਸੀਂ ਕੀ ਕੀਤਾ ਕਿ ਫਸਟ ਤੋਂ ਲੈ ਕੇ 10 ਤੱਕ ਫਾਈਂਡ ਕੀਤਾ, ਫਸਟ ਤੋਂ ਲੈ ਕੇ 5 ਤੱਕ ਫਾਈਂਡ ਕੀਤਾ, 10 ਦੇ ਵਿੱਚੋਂ 5 ਨੂੰ ਹਟਾਤਾ ਤਾਂ ਸਾਡੇ ਪਾਸ ਨੈਕਸਟ 5 ਦਾ ਜਿਹੜਾ ਸਮ ਸੀ ਉਹ ਆ ਗਿਆ ਇਸ ਤਰ੍ਹਾਂ। ਸੋ ਇਹ ਜਿਹੜਾ ਟੋਪਿਕ ਹੈ, ਇਹ ਸਾਡਾ ਜਿਹੜਾ ਇਹਦੇ ਵਿੱਚ ਟਰੈਪ ਹੈ, ਇਹਦੇ ਵਿੱਚ ਫਸ ਨਹੀਂ ਜਾਣਾ ਹੈ ਸਮ ਵਾਲੀ ਕੰਡੀਸ਼ਨ ਦੇ ਵਿੱਚ। ਸੋ ਇਸ ਗੱਲ ਦਾ ਧਿਆਨ ਰੱਖਣਾ ਹੈ। ਅਕਸਰ ਸਟੂਡੈਂਟ ਜਿਹੜਾ ਹੈ ਉਹ S5 ਜਦੋਂ ਨੈਕਸਟ 10 ਟਰਮਸ ਦਾ ਸਮ ਫਾਈਂਡ ਕਰਦੇ ਨੇ ਉੱਥੇ ਕਨਫਿਊਜ਼ ਹੋ ਜਾਂਦੇ ਨੇ, ਉੱਥੇ ਫਾਰਮੂਲਾ ਜਿਹੜਾ ਹੈ S10 ਦਾ ਅਪਲਾਈ ਕਰ ਦਿੰਦੇ ਨੇ ਅਤੇ ਮਿਡਲ ਟਰਮ ਉਹਨਾਂ ਨੂੰ ਪਤਾ ਨਹੀਂ ਹੁੰਦੀ ਕਿ ਅਸੀਂ ਯੂਜ਼ ਕੀ ਕਰਨੀ ਹੈ। ਉਹ ਸਿੰਪਲੀ S10 ਲੈ ਲੈਂਦੇ ਨੇ ਅਤੇ ਵਿੱਚੋਂ -5 ਕਰਨਾ ਜਿਹੜਾ ਹੈ ਉਹ ਭੁੱਲ ਜਾਂਦੇ ਨੇ। ਸੋ ਇੱਥੇ ਨਹੀਂ ਫਸਣਾ ਹੈਗਾ। ਇਸ ਤੋਂ ਬਾਅਦ ਸਾਡੇ ਪਾਸ ਕੁਐਸਚਨ ਨੰਬਰ 4। ਸੋ ਹਾਊ ਮੈਨੀ ਟਰਮਸ ਆਫ ਦਾ AP ਆਰ ਨੀਡਡ ਟੂ ਗਿਵ ਦੀ ਸਮ -25। ਸੋ AP ਗਿਵਨ ਹੈ ਤਾਂ ਇਹਦਾ ਮਤਲਬ ਸਾਨੂੰ ਇਹ ਪਤਾ ਹੈ ਇੱਥੇ A ਕਿੰਨਾ ਸਾਡੇ ਪਾਸ -6 ਅਤੇ ਕਾਮਨ ਡਿਫਰੈਂਸ D ਸੈਕੰਡ ਟਰਮ ਦੇ ਵਿੱਚੋਂ ਫਸਟ ਟਰਮ ਜਿਹੜੀ ਅਸੀਂ ਮਾਈਨਸ ਕਰ ਲੈਂਦੇ ਹਾਂ। ਸੋ ਮਾਈਨਸ ਮਾਈਨਸ ਕੀ ਹੋ ਜਾਏਗਾ, ਪਲੱਸ ਹੋ ਜਾਏਗਾ, -11/2 +6। ਸੋ LCM 2 ਆਏਗਾ। ਸੋ -11 6 ਦੂਣੀ 12, ਸੋ ਇਹ ਆ ਗਿਆ 1/2। ਤਾਂ ਕਾਮਨ ਡਿਫਰੈਂਸ ਸਾਡੇ ਪਾਸ ਕਿੰਨਾ ਆ ਗਿਆ, ਹਾਫ। ਸੋ ਸਾਨੂੰ A ਪਤਾ ਲੱਗ ਗਿਆ, -6 D ਪਤਾ ਲੱਗ ਗਿਆ। ਸੋ ਕੁਐਸਚਨ ਕੀ ਹੈ, ਹਾਊ ਮੈਨੀ ਟਰਮਸ, N ਫਾਈਂਡ ਕਰਨਾ, ਨੰਬਰ ਆਫ ਟਰਮਸ ਨੀਡਡ ਟੂ ਗਿਵ ਦੀ ਸਮ -20। ਸੋ ਇਹ ਸਮ ਸਾਨੂੰ ਗਿਵਨ ਹੈ, ਦੈਟ ਇਜ਼ ਇਕੁਅਲ ਟੂ -25। ਸੋ ਨੰਬਰ ਆਫ ਟਰਮਸ ਸਾਨੂੰ ਪੁੱਛਿਆ ਗਿਆ। ਸੋ ਸਮ ਦਾ ਫਾਰਮੂਲਾ SN ਦਾ ਫਾਰਮੂਲਾ ਸਾਡੇ ਪਾਸ ਕੀ ਹੈ, N/2 2A + N - 1 × D। ਇਹ ਪਤਾ ਹੈ ਸਾਨੂੰ, D ਵੀ ਪਤਾ ਹੈ ਅਤੇ ਸਮ ਵੀ ਪਤਾ ਹੈ। ਸੋ ਸਿਰਫ ਇੱਕ ਟਰਮ ਮਿਸਿੰਗ ਹੈ, ਦੈਟ ਇਜ਼ N। ਸੋ ਅਸੀਂ ਬਾਕੀ ਸਾਰੀਆਂ ਵੈਲਿਊਜ਼ ਪੁੱਟ ਕਰ ਦਿੰਦੇ ਹਾਂ। ਸਮ -25 N/2 2 × A is -6 + N - 1 × D। D ਕੇ ਸਾਡੇ ਪਾਸ ਹਾਫ। ਸੋ ਇਹ ਹਾਫ ਜਿਹੜਾ ਇਹ ਥੋੜ੍ਹਾ ਸਾਨੂੰ ਤੰਗ ਕਰੇਗਾ। ਸੋ 2 ਇਸ ਨੂੰ ਅਸੀਂ ਕ੍ਰੋਸ ਮਲਟੀਪਲਾਈ ਕਰ ਲੈਂਦੇ ਇੱਥੇ। 2 × -25 ਕੀ ਬਣ ਜਾਏਗਾ, -50 ਇਜ਼ ਇਕੁਅਲ ਟੂ N 6 ਦੂਣੀ 12 -12 + N - 1/2। ਸੋ ਇਸ 2 ਨੂੰ ਅਸੀਂ ਕੈਂਸਲ ਕਰਨਾ ਹੈ ਜਿਹੜਾ ਨੀਚੇ ਵਾਲਾ ਹੈ। ਤਾਂ ਮੈਂ ਕੀ ਕਰਦਾ, ਸਾਰੀ ਇਕੁਏਸ਼ਨ ਨੂੰ 2 ਦੇ ਨਾਲ ਮਲਟੀਪਲਾਈ ਕਰ ਦਿੰਦਾ ਹੈ ਤਾਂ ਕਿ 2 ਸਾਡਾ ਕੈਂਸਲ ਆਊਟ ਹੋ ਜੇ। ਸੋ ਜਦੋਂ ਮੈਂ 2 ਨੂੰ ਸਾਰੀ ਇਕੁਏਸ਼ਨ ਦੇ ਨਾਲ ਮਲਟੀਪਲਾਈ ਕਰੂੰਗਾ ਤਾਂ ਕੀ ਬਣੇਗਾ ਮੇਰੇ ਪਾਸ। ਆਪਾਂ ਜਿਹੜਾ ਕੁਐਸਚਨ ਆ ਥੋੜ੍ਹਾ ਈਜ਼ੀ ਕਰ ਰਹੇ ਹਾਂ। 2 × -50 is -100 is equal to N। 2 × -12 is -24 ਪਲੱਸ ਜਦੋਂ 2 ਇੱਥੇ ਮਲਟੀਪਲਾਈ ਹੋਏਗਾ ਤਾਂ 2 ਅਤੇ 2 ਕੈਂਸਲ ਆਊਟ ਹੋ ਜਾਣਗੇ, ਰਹਿ ਕੀ ਜਾਏਗਾ N - 1। ਸੋ ਇਸ ਤੋਂ ਨੈਕਸਟ ਸਟੈਪ ਦੇ ਵਿੱਚ ਅਸੀਂ ਬਰੈਕਟ ਜਿਹੜੀ ਆ ਓਪਨ ਕਰ ਲੈਂਦੇ ਹਾਂ। -100 is equal to N × -24 + N - 1। ਸੋ -24 - 1 ਸਾਡੇ ਪਾਸ ਕੀ ਬਣ ਗਿਆ, N - 25 -100। ਸੋ ਇਹ ਬਣ ਗਿਆ N × N N² -25 -100 ਅਸੀਂ
ਸੌਰੀ 25n ਮਾਈਨਸ 100 ਅਸੀਂ ਰਾਈਟ ਹੈਂਡ ਸਾਈਡ ਲੈ ਜਾਂਦੇ ਹਾਂ। ਸੋ n ਸਕੇਅਰ ਮਾਈਨਸ 25n ਪਲੱਸ 100 ਇਕੁਅਲਸ 0। ਸੋ 100 ਨੂੰ ਭਾਵੇਂ ਇੱਧਰ ਲੈ ਕੇ ਆਏ ਹਾਂ, 0 ਅਸੀਂ ਇੱਧਰ ਲਿਖੀਏ ਜਾਂ ਇੱਧਰ ਲਿਖੀਏ ਕੋਈ ਫਰਕ ਨਹੀਂ ਹੈ। ਸੋ ਸਾਡੇ ਪਾਸ ਇੱਕ ਕੁਆਡਰੇਟਿਕ ਇਕੁਏਸ਼ਨ ਹੈ। ਸੋ ਅਸੀਂ ਫਸਟ ਨੰਬਰ ਨੂੰ ਲਾਸਟ ਦੇ ਨਾਲ ਮਲਟੀਪਲਾਈ ਕਰਦੇ ਹਾਂ। ਸੋ ਪ੍ਰੋਡਕਟ ਸਾਡੇ ਪਾਸ ਕੀ ਆਉਣਾ ਚਾਹੀਦਾ ਹੈ, ਗੁਣਾ ਕਰਨ 'ਤੇ ਸਾਡੇ ਪਾਸ 100 ਆਉਣਾ ਚਾਹੀਦਾ ਹੈ, ਅਤੇ ਜੋੜ ਕਰਨ 'ਤੇ ਐਡ ਕਰਨ 'ਤੇ ਸਾਡੇ ਪਾਸ 25 ਆਉਣਾ ਚਾਹੀਦਾ। ਸਾਨੂੰ ਦੋ ਨੰਬਰ ਚਾਹੀਦੇ ਨੇ। ਸੋ ਉਹਨੇ 20 ਤੇ 5, 20 5 100 ਅਤੇ 20 ਤੇ 5 25। ਸੋ ਇਹ ਮੇਰੇ ਪਾਸ ਕੀ ਬਣ ਗਿਆ 20n ਮਾਈਨਸ 5n ਪਲੱਸ 100। ਸੋ 20 ਤੇ 5 25, 20 ਗੁਣਾ 5 100 ਹੋ ਜਾਣਾ ਹੈ। ਸੋ ਫਸਟ 2 ਦੇ ਵਿੱਚੋਂ ਕਾਮਨ ਲੈ ਲੈਂਦੇ ਅਸੀਂ n ਮਾਈਨਸ 20। ਇੱਥੋਂ ਅਸੀਂ ਕਾਮਨ ਲੈ ਲੈਂਦੇ ਹਾਂ ਮਾਈਨਸ 5 ਕਾਮਨ ਆ ਜਾਏਗਾ, ਇਹੀ ਸਾਈਨ ਆਉਣਾ ਹੁੰਦਾ ਹਮੇਸ਼ਾ n ਮਾਈਨਸ 20। ਸੋ n ਮਾਈਨਸ 5 ਅਤੇ n ਮਾਈਨਸ 20। ਸੋ n ਕੀ ਆ ਗਿਆ ਇੱਥੋਂ ਮੇਰੇ ਪਾਸ, ਜਾਂ ਤਾਂ ਇਹ 0 ਹੈ ਜਾਂ ਇਹ 0 ਹੈ, ਕਿਉਂਕਿ ਦੋਨਾਂ ਨੂੰ ਗੁਣਾ ਕਰਕੇ 0 ਆ ਰਿਹਾ ਹੈ। ਸੋ ਜਾਂ ਤਾਂ ਇਹ 0 ਹੋਇਆ ਤਾਂ n ਕਿੰਨਾ ਆ ਗਿਆ 5, ਜਾਂ ਇਹ 0 ਹੋਇਆ ਤਾਂ n ਕਿੰਨਾ ਆ ਗਿਆ ਮੇਰੇ ਪਾਸ 20। ਸੋ ਦੋ ਪੋਸੀਬਿਲਿਟੀਜ਼ ਹੋ ਗਈਆਂ ਸਾਡੇ ਪਾਸ, ਜਾਂ ਤਾਂ ਨੰਬਰ ਆਫ ਟਰਮਸ 5 ਲੈਣੀਆਂ ਪੈਣਗੀਆਂ ਅਤੇ ਜਾਂ ਨੰਬਰ ਆਫ ਟਰਮਸ ਸਾਨੂੰ 20 ਲੈਣੀਆਂ ਪੈਣਗੀਆਂ। ਜੇਕਰ ਸਮ ਸਾਡਾ ਕੀ ਆਉਣਾ ਚਾਹੀਦਾ ਹੈ ਮਾਈਨਸ 25 ਆਉਣਾ ਚਾਹੀਦਾ। ਦੋ ਤਰੀਕਿਆਂ ਦੇ ਨਾਲ ਅਸੀਂ ਟਰਮਸ ਜਿਹੜੀਆਂ ਚੂਜ਼ ਕਰ ਸਕਦੇ ਹਾਂ, 5 ਵੀ ਚੂਜ਼ ਕਰ ਸਕਦੇ ਹਾਂ ਅਤੇ 20 ਵੀ ਚੂਜ਼ ਕਰ ਸਕਦੇ ਹਾਂ। ਕੁਐਸਚਨ ਨੰਬਰ 5 ਜਿਹੜਾ ਥੋੜ੍ਹਾ ਜਿਹਾ ਥਿਓਰੈਟੀਕਲ ਹੈ। ਸੋ ਦੋਸਤੋ, ਇਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਅਜੇ ਤੱਕ ਸਬਸਕ੍ਰਾਈਬ ਬਟਨ ਪ੍ਰੈਸ ਨਹੀਂ ਕੀਤਾ ਹੈ ਤਾਂ ਪਲੀਜ਼ ਸਬਸਕ੍ਰਾਈਬ ਬਟਨ ਨੂੰ ਪ੍ਰੈਸ ਕਰ ਦਿਓ, ਤਾਂ ਕਿ ਤੁਹਾਨੂੰ ਲੇਟੈਸਟ ਵੀਡੀਓਜ਼ ਦੇ ਰੈਗੂਲਰ ਅਪਡੇਟਸ ਜੋ ਨੇ ਮਿਲਦੇ ਰਹਿਣ। ਸੋ ਜੇਕਰ ਵੀਡੀਓ ਅੱਛੀ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰ ਦਿਓ। ਜੇਕਰ ਤੁਸੀਂ ਕੋਈ ਸਪੈਸੀਫਿਕ ਟੌਪਿਕ ਦੇ ਉੱਪਰ ਕੋਈ ਵੀਡੀਓ ਚਾਹੁੰਦੇ ਹੋ ਤਾਂ ਕੌਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਜ਼ਰੂਰ ਫੀਡਬੈਕ ਦਿਓ, ਕਿ ਸਾਨੂੰ ਆਸਾਨੀ ਹੋ ਸਕੇ ਤੁਹਾਨੂੰ ਵੀਡੀਓ ਕੰਟੈਂਟ ਜਿਹੜਾ ਹੈ ਉਹ ਪ੍ਰੋਵਾਈਡ ਕਰਨ ਦੀ, ਕਿ ਸਟੂਡੈਂਟਸ ਨੂੰ ਕਿਸ ਤਰ੍ਹਾਂ ਦਾ ਵੀਡੀਓ ਕੰਟੈਂਟ ਜਿਹੜਾ ਹੈ ਉਹ ਚਾਹੀਦਾ ਹੈ। ਸੋ ਕੁਐਸਚਨ ਨੰਬਰ 5 ਹੈ ਸਾਡੇ ਪਾਸ, ਇਨ ਐਨ AP ਇਫ pth ਟਰਮ ਇਜ਼ 1/Q। ਸੋ ਸਾਨੂੰ pth ਟਰਮ, ਵੀਂ ਟਰਮ ਦਿੱਤੀ ਹੋਈ ਹੈ 1/Q, ਅਤੇ ਕਿਉਂ ਟਰਮ ਦਿੱਤੀ ਹੋਈ ਹੈ 1/P। Qth ਟਰਮ ਇਜ਼ 1/P, ਅਤੇ ਅਸੀਂ ਪ੍ਰੂਵ ਕਰਨਾ ਫਸਟ ਸਮ ਆਫ ਫਸਟ PQ ਟਰਮਸ। ਸੋ ਪਹਿਲਾਂ ਤਾਂ ਸਾਡੇ ਪਾਸ ਇਹ ਕੰਡੀਸ਼ਨ ਹੈ, ਨਾ ਤਾਂ A ਹੈ ਨਾ D ਹੈ ਅਤੇ ਨਾ N ਹੈ। N ਤਾਂ ਚਲੋ PQ ਟਰਮਸ ਯੂਜ਼ ਕਰ ਲਿਆ ਸੀ, N ਹੈ ਸਾਡਾ ਨੰਬਰ ਆਫ ਟਰਮਸ ਨੇ। ਸੋ ਨਾ A ਹੈ ਅਤੇ ਨਾ D ਹੈ। ਸੋ ਸਭ ਤੋਂ ਪਹਿਲਾਂ ਟਾਰਗੇਟ ਸਾਡਾ ਕਿਹਦੇ ਉੱਪਰ ਹੈ, A ਅਤੇ D ਦੇ ਉੱਪਰ ਹੈ। ਅਸੀਂ A ਲੱਭਣਾ ਹੈ ਅਤੇ D ਲੱਭਣਾ ਹੈ, ਬਾਕੀ ਕੁਐਸਚਨ ਬਾਅਦ ਵਿੱਚ। ਸੋ pth ਟਰਮ that is equal to 1/Q। ਸੋ pth ਟਰਮ ਵਾਸਤੇ ਫਾਰਮੂਲਾ ਕੀ ਬਣੇਗਾ, A ਪਲੱਸ P ਮਾਈਨਸ 1 ਇੰਟੂ D ਇਜ਼ ਇਕੁਅਲ ਟੂ 1/Q। ਇਸ ਨੂੰ ਅਸੀਂ ਸੋਲਵ ਕਰ ਲੈਂਦੇ ਹਾਂ, ਈਜ਼ੀ ਹੋ ਜਾਏਗਾ ਥੋੜ੍ਹਾ। A ਪਲੱਸ P ਇੰਟੂ D ਮਾਈਨਸ P ਇਜ਼ ਇਕੁਅਲ ਟੂ 1/Q। ਇਹ ਸਾਡਾ ਫਸਟ ਇਕੁਏਸ਼ਨ ਜਿਹੜੀ ਹੈ ਬਣ ਗਈ ਹੈ। ਇਹਦੇ ਨਾਲ ਦੇ ਕੁਐਸਚਨ ਅਸੀਂ 10th ਕਲਾਸ 'ਚ ਕਰ ਚੁੱਕੇ ਹਾਂ। ਇਸੇ ਤਰ੍ਹਾਂ ਦੂਸਰੀ ਕੰਡੀਸ਼ਨ ਕੀ ਹੈ, Qth ਟਰਮ ਇਜ਼ ਇਕੁਅਲ ਟੂ 1/P। ਸੋ Qth ਟਰਮ ਵਾਸਤੇ ਫਾਰਮੂਲਾ ਜਿਵੇਂ nth ਟਰਮ ਵਾਸਤੇ ਹੁੰਦਾ ਹੈ Q ਮਾਈਨਸ 1 ਇੰਟੂ D ਇਜ਼ ਇਕੁਅਲ ਟੂ 1/P। ਸੋ ਇਸ ਨੂੰ ਵੀ ਵਿੱਚ ਮਲਟੀਪਲਾਈ ਕਰ ਲੈਂਦੇ ਹਾਂ, A ਪਲੱਸ QD ਮਾਈਨਸ D ਇਜ਼ ਇਕੁਅਲ ਟੂ 1/P। ਇਹ ਹੋ ਗਈ ਸਾਡੀ ਦੂਸਰੀ ਇਕੁਏਸ਼ਨ। ਸੋ ਅਸੀਂ 10th ਕਲਾਸ ਦੇ ਵਿੱਚ ਦੇਖਿਆ ਕਿ ਇੱਕ ਜੋ ਸਾਡੇ ਪਾਸ ਦੋ ਟਰਮਸ ਗਿਵਨ ਹੁੰਦੀਆਂ ਸੀ, ਅਸੀਂ ਕੰਡੀਸ਼ਨ ਦੇ ਵਿੱਚ ਸਬਟਰੈਕਟ ਕਰ ਦਿੰਦੇ ਸੀ, ਜਾਂ ਅਸੀਂ ਇੱਥੇ ਦੇਖੀਏ ਜੇ ਮੈਂ ਇਹਦੇ ਵਿੱਚ ਉਹਨੂੰ ਸਬਟਰੈਕਟ ਕਰਦਾ ਤਾਂ A ਅਤੇ A ਕੀ ਹੋ ਜਾਊਗਾ, ਕੈਂਸਲ ਹੋ ਜਾਊਗਾ, D ਰਹਿ ਜਾਊਗਾ ਮੇਰੇ ਪਾਸ। ਸੌਰੀ ਇੱਥੇ ਸਾਡਾ D ਇੰਟੂ 1 ਕੀ ਆਉਣਾ, D ਆਉਣਾ ਹੈ, ਅਤੇ ਸਾਡੇ ਕੋਲ ਇਕੁਏਸ਼ਨ ਦੇ ਵਿੱਚ ਕੀ ਰਹਿ ਜਾਏਗਾ, D ਰਹਿ ਜਾਏਗਾ। ਸੋ D ਅਸੀਂ ਫਾਈਂਡ ਕਰ ਲਾਂਗੇ। ਸੋ ਮੈਂ ਕੀ ਕਰਦਾ ਹੈ, ਸਬਟਰੈਕਟ 2 ਫਰੋਮ 1, ਇੱਕ ਦੇ ਵਿੱਚੋਂ 2 ਨੂੰ ਘਟਾ ਦਿੰਦਾ ਹੈ। ਸੋ ਲੈਫਟ ਹੈਂਡ ਸਾਈਡ ਦੇ ਵਿੱਚੋਂ ਲੈਫਟ ਹੈਂਡ ਸਾਈਡ ਸਬਟਰੈਕਟ ਕਰ ਲੈਂਦੇ ਹਾਂ, A ਪਲੱਸ PD D ਗੁਣਾ 1 D ਹੁੰਦਾ ਹੈ। ਲੈਫਟ ਸਾਈਡ ਦੇ ਵਿੱਚ ਲੈਫਟ ਸਾਈਡ ਜਦੋਂ ਇਹਨੂੰ ਸਬਟਰੈਕਟ ਕਰਾਂਗੇ ਤਾਂ ਸਾਈਨ ਕੀ ਹੋ ਜਾਣਗੇ ਇਹਦੇ, ਪਹਿਲਾਂ ਬਰੈਕਟ ਪਾ ਲੈਂਦੇ ਹਾਂ ਆਪਾਂ,
ਕਿਊ ਡੀ ਮਾਈਨਸ ਡੀ ਇਜ਼ ਇਕੁਅਲ ਟੂ ਰਾਈਟ ਸਾਈਡ ਦੇ ਵਿੱਚੋਂ ਰਾਈਟ ਸਾਈਡ। ਸੋ ਜਦੋਂ ਅਸੀਂ ਬਰੈਕਟ ਓਪਨ ਕਰਾਂਗੇ ਸਾਈਨ ਕੀ ਹੋ ਜਾਣਗੇ ਅੰਦਰ ਚੇਂਜ ਹੋ ਜਾਣਗੇ, ਏ ਪਲਸ ਪੀ ਡੀ ਮਾਈਨਸ ਡੀ ਮਾਈਨਸ ਏ ਮਾਈਨਸ ਕਿਊ ਡੀ ਮਾਈਨਸ ਮਾਈਨਸ ਕੀ ਹੋ ਜਾਣਾ ਪਲੱਸ ਡੀ ਇਜ਼ ਇਕੁਅਲ, ਇਹਦਾ ਅਸੀਂ ਐਲਸੀਐਮ ਲੈ ਸਕਦੇ ਹਾਂ ਬਟਰਫਲਾਈ ਮੈਥਡ, ਪੀ ਇੰਟੂ 1 ਪੀ ਕਿਊ ਇੰਟੂ 1 ਕਿਊ ਓਵਰ ਪੀ ਕਿਊ। ਸੋ ਡੀ ਕੈਂਸਲ ਆਊਟ ਹੋ ਜਾਏਗਾ, ਏ ਕੈਂਸਲ ਆਊਟ ਹੋ ਜਾਏਗਾ, ਪੀ ਡੀ ਅਤੇ ਕਿਊ ਡੀ ਰਹਿ ਗਿਆ ਸਾਡੇ ਪਾਸ। ਸੋ ਇਹਨਾਂ ਦੇ ਵਿੱਚੋਂ ਅਸੀਂ ਡੀ ਕਾਮਨ ਲੈ ਲੈਂਦੇ ਹਾਂ, ਵਿੱਚ ਰਹਿ ਗਿਆ ਪੀ ਮਾਈਨਸ ਕਿਊ ਇਜ਼ ਇਕੁਅਲ ਟੂ ਪੀ ਮਾਈਨਸ ਕਿਊ ਓਵਰ ਪੀ ਕਿਊ। ਸੋ ਇੱਧਰ ਵੀ ਪੀ ਮਾਈਨਸ ਕਿਊ ਹੈ, ਇੱਧਰ ਵੀ ਪੀ ਮਾਈਨਸ ਕਿਊ ਹੈ, ਤਾਂ ਡੀ ਮੇਰੇ ਪਾਸ ਕਿੰਨਾ ਆ ਗਿਆ, ਡੀ ਇਹ ਡੀ ਬਚ ਗਿਆ ਇਜ਼ ਇਕੁਅਲ ਟੂ 1 ਓਵਰ ਪੀ ਕਿਊ। ਸੋ ਸਾਨੂੰ ਕਾਮਨ ਡਿਫਰੈਂਸ ਪਤਾ ਲੱਗ ਗਿਆ ਹੈ 1 ਓਵਰ ਪੀ ਕਿਊ। ਸੋ ਡੀ ਨੂੰ ਅਸੀਂ ਇਹਨਾਂ ਦੋਨੇ ਕਿਸੇ ਇਕੁਏਸ਼ਨ ਦੇ ਵਿੱਚੋਂ ਕਿਸੇ ਇੱਕ ਦੇ ਵਿੱਚ ਪੁੱਟ ਕਰ ਦਿੰਦੇ ਹਾਂ, ਡੀ ਪੁੱਟ ਕਰ ਦਾਂਗੇ, ਇੱਥੇ ਪੁੱਟ ਕਰ ਦਿਓ, ਇੱਥੇ ਪੁੱਟ ਕਰ ਦਿਓ, ਇੱਥੇ ਪੁੱਟ ਕਰ ਦਿਓ ਜਾਂ ਇੱਧਰ ਪੁੱਟ ਕਰ ਦਿਓ, ਤਾਂ ਸਾਡੇ ਪਾਸ ਕੀ ਆ ਜਾਏਗਾ, ਏ ਆ ਜਾਏਗਾ। ਸੋ ਅਸੀਂ 1 ਦੇ ਵਿੱਚ ਡੀ ਇਜ਼ ਇਕੁਅਲ ਟੂ 1 ਓਵਰ ਪੀ ਕਿਊ ਜਿਹੜਾ ਪੁੱਟ ਕਰ ਦਿੰਦੇ ਹਾਂ। ਸੋ ਏ ਪਲੱਸ ਪੀ ਇੰਟੂ 1 ਓਵਰ ਪੀ ਕਿਊ ਮਾਈਨਸ 1 ਓਵਰ ਪੀ ਕਿਊ ਇਜ਼ ਇਕੁਅਲ ਟੂ 1 ਓਵਰ ਕਿਊ। ਸੋ ਇਸ ਡੀ ਦੀ ਜਗ੍ਹਾ 'ਤੇ ਮੈਂ ਕੀ ਲਿਖਤਾ ਹੈ 1 ਓਵਰ ਪੀ ਕਿਊ, ਇਸੇ ਤਰ੍ਹਾਂ ਇਸ ਡੀ ਦੀ ਜਗ੍ਹਾ 'ਤੇ 1 ਓਵਰ ਪੀ ਕਿਊ। ਸੋ ਪੀ ਕੈਂਸਲਸ ਆਊਟ, ਸੋ ਇਹ ਕੀ ਰਹਿ ਗਿਆ ਏ ਪਲੱਸ 1 ਓਵਰ ਕਿਊ ਮਾਈਨਸ 1 ਓਵਰ ਪੀ ਕਿਊ ਇਜ਼ ਇਕੁਅਲ ਟੂ 1 ਓਵਰ ਕਿਊ। ਤਾਂ 1 ਓਵਰ ਕਿਊ ਲੈਫਟ ਸਾਈਡ ਵੀ ਹੈ, 1 ਓਵਰ ਕਿਊ ਰਾਈਟ ਸਾਈਡ ਵੀ ਹੈ, ਦੋਨੇ ਕੀ ਹੋ ਜਾਣਗੇ ਕੈਂਸਲ, ਲਾਈਕ 2 ਮਾਈਨਸ 2 0। ਸੋ ਇਹ ਕੀ ਆ ਗਿਆ ਮੇਰੇ ਪਾਸ, ਏ ਇਜ਼ ਇਕੁਅਲ ਟੂ, ਇਸ ਨੂੰ ਅਸੀਂ ਰਾਈਟ ਹੈਂਡ ਸਾਈਡ ਲੈ ਜਾਂਦੇ ਹਾਂ, ਏ ਇਜ਼ ਇਕੁਅਲ ਟੂ 1 ਓਵਰ ਪੀ ਕਿਊ। ਸੋ ਏ ਵੀ 1 ਓਵਰ ਪੀ ਕਿਊ ਅਤੇ ਡੀ ਵੀ 1 ਓਵਰ ਪੀ ਕਿਊ। ਅਤੇ ਸਾਨੂੰ ਪੁੱਛਿਆ ਕੀ ਗਿਆ ਸੀ ਸਮ ਆਫ ਫਸਟ ਪੀ ਕਿਊ ਟਰਮਸ। ਸੋ ਅਸੀਂ ਫਾਈਂਡ ਕਰਨਾ ਹੈ ਐਸ ਸਮ ਆਫ ਫਸਟ ਪੀ ਕਿਊ ਟਰਮਸ। ਸੋ ਇਹ ਸਾਡੇ ਪਾਸ ਫਾਰਮੂਲਾ ਹੁੰਦਾ ਹੈ n ਓਵਰ 2, n ਦੀ ਜਗ੍ਹਾ 'ਤੇ ਅਸੀਂ ਕੀ ਲਿਖਣਾ ਹੈ ਪੀ ਕਿਊ ਓਵਰ 2 ਬਰੈਕਟ 2 ਇੰਟੂ ਏ ਕੀ ਹੈ ਸਾਡੇ ਪਾਸ 1 ਓਵਰ ਪੀ ਕਿਊ ਪਲੱਸ n ਮਾਈਨਸ 1, n ਕੀ ਹੈ ਸਾਡਾ ਪੀ ਕਿਊ ਹੈ ਮਾਈਨਸ 1 ਇੰਟੂ ਡੀ ਕੀ ਹੈ ਸਾਡੇ ਪਾਸ 1 ਓਵਰ ਪੀ ਕਿਊ। ਸੋ ਅਸੀਂ ਇਸ ਫਾਰਮੂਲੇ ਦੇ ਵਿੱਚ ਵੈਲਿਊਜ਼ ਪੁੱਟ ਕਰ ਲਈਆਂ ਨੇ। ਕਿਉਂਕਿ ਫਸਟ ਪੀ ਕਿਊ ਟਰਮਸ ਦਾ ਸਮ ਪੁੱਛਿਆ ਗਿਆ ਸੀ ਤਾਂ ਅਸੀਂ n ਨੂੰ ਰਿਪਲੇਸ ਕਰਤਾ ਪੀ ਕਿਊ ਦੇ ਨਾਲ, n ਨੂੰ ਰਿਪਲੇਸ ਕਰਤਾ ਪੀ ਕਿਊ ਦੇ ਨਾਲ, a ਨੂੰ ਪੁੱਟ ਕਰਤਾ 1 ਓਵਰ ਪੀ ਕਿਊ ਅਤੇ ਡੀ ਨੂੰ ਪੁੱਟ ਕਰਤਾ 1 ਓਵਰ ਪੀ ਕਿਊ। ਸੋ 1 ਓਵਰ ਪੀ ਕਿਊ ਦੋਨਾਂ 'ਚ ਕਾਮਨ ਹੈ, ਸੋ ਅਸੀਂ ਇਸ ਨੂੰ ਕੀ ਲੈ ਲੈਂਦੇ ਹਾਂ ਕਾਮਨ, 1 ਓਵਰ ਪੀ ਕਿਊ ਬਾਹਰ ਆ ਜਾਏਗਾ, ਤਾਂ ਇੱਥੇ ਕੀ ਰਹਿ ਗਿਆ 2 ਪਲੱਸ ਇੱਥੇ ਕੀ ਰਹਿ ਗਿਆ ਪੀ ਕਿਊ ਨਾਲ ਕੀ ਰਹਿ ਗਿਆ ਮਾਈਨਸ 1 ਨਾਲ ਮਲਟੀਪਲਾਈ ਹੋਣ ਤੋਂ ਬਾਅਦ ਇਹੀ ਰਹਿਣਾ ਹੈ। ਸੋ ਪੀ ਕਿਊ ਕੈਂਸਲਸ ਆਊਟ, ਸੋ ਦਿਸ ਇਜ਼ ਇਕੁਅਲ ਟੂ 1 ਓਵਰ 2 ਪੀ ਕਿਊ 2 minus 1 is plus 1. So sum of first PQ term is equal to 1 over 2 PQ plus 1. So यही असी प्रूव करना है, hence proved. ਸੋ ਜਿਸ ਤਰ੍ਹਾਂ ਅਸੀਂ ਟੌਪਿਕ ਦੇ ਐਕਸਰਸਾਈਜ਼ ਸਟਾਰਟ ਕਰਨ ਤੋਂ ਪਹਿਲਾਂ ਟੌਪਿਕ ਦੇ ਵਿੱਚ ਗੱਲ ਕੀਤੀ ਸੀ ਕਿ ਜੇਕਰ ਸਾਡੇ ਪਾਸ A ਅਤੇ D ਨਾ ਹੋਵੇ ਤਾਂ ਸਭ ਤੋਂ ਪਹਿਲਾਂ ਅਸੀਂ ਫੋਕਸ ਕਰਨਾ ਹੈ A ਅਤੇ D ਪਤਾ ਕਰਨ ਦੇ ਉੱਤੇ। ਸੋ ਇਸ ਕੁਐਸਚਨ ਦੇ ਵਿੱਚ ਵੀ ਅਸੀਂ ਪਹਿਲਾਂ A ਪਤਾ ਕੀਤਾ, D ਪਤਾ ਕੀਤਾ ਅਤੇ ਉਸ ਤੋਂ ਬਾਅਦ ਜੋ ਸਾਨੂੰ ਪੁੱਛਿਆ ਗਿਆ ਸੀ ਉਹਦੇ ਉੱਪਰ ਅਸੀਂ ਫਾਰਮੂਲਾ ਯੂਜ਼ ਕਰਕੇ ਜਿਹੜਾ ਰਿਜ਼ਲਟ ਹੈ ਉਹ ਫਾਈਂਡ ਕਰ ਲਿਆ। ਕੁਐਸਚਨ ਨੰਬਰ 6 ਦੇ ਵਿੱਚ ਸਾਨੂੰ ਗਿਵਨ ਕੀ ਹੈ ਸਮ ਆਫ, ਸੋ ਸਮ ਪਹਿਲਾਂ ਹੀ ਗਿਵਨ ਹੈ ਇਜ਼ 116 ਅਤੇ AP ਗਿਵਨ ਹੈ, AP ਦੇ ਵਿੱਚ ਸਾਨੂੰ A ਗਿਵਨ ਹੈ ਅਤੇ D ਵੀ ਗਿਵਨ ਹੈ। ਕਾਮਨ ਡਿਫਰੈਂਸ ਕਿੰਨਾ ਹੈ ਨੈਗੇਟਿਵ ਹੈ, ਘੱਟ ਰਿਹਾ ਹੈ 22 ਮਾਈਨਸ 25
5 ਕੀ ਆਏਗਾ ਸਾਡੇ ਪਾਸ -3, ਕਿਉਂਕਿ ਇਹ ਘਟ ਰਿਹਾ ਤਾਂ ਨੈਗੇਟਿਵ ਦੇ ਵਿੱਚ ਆਉਣਾ ਹੈ। ਸੋ ਏ ਵੀ ਪਤਾ ਹੈ, ਡੀ ਵੀ ਪਤਾ ਹੈ। ਸਮ ਆਫ ਸਰਟਨ ਨੰਬਰ, ਸਾਨੂੰ ਨਹੀਂ ਪਤਾ ਕਿੰਨੀਆਂ ਟਰਮਾਂ ਦਾ ਸਮ ਜਿਹੜਾ ਹੈ 116 ਹੈ। ਐਸ ਐਨ ਜਿਹੜਾ ਹੈ ਉਹ 116 ਹੈ, ਮੀਨਸ ਇਹਦੀਆਂ ਅਸੀਂ ਟਰਮਸ ਲਈਆਂ ਅਤੇ ਸਮ ਕਿੰਨਾ ਆ ਗਿਆ 116। ਅਤੇ ਕੁਐਸਚਨ ਕੀ ਹੈ ਕਿ ਫਾਈਂਡ ਦੀ ਲਾਸਟ ਟਰਮ, ਮੀਨਸ ਅਸੀਂ ਕਿੱਥੇ ਤੱਕ ਸਮ ਲਿਆ, ਕਿਸ ਟਰਮ ਤੱਕ ਸਮ ਲਿਆ, 19 ਤੱਕ ਲਿਆ ਜਾਂ 16 ਤੱਕ ਲਿਆ ਜਾਂ 13 ਤੱਕ ਲਿਆ, ਕਿੰਨੀਆਂ ਟਰਮਸ ਨੇ ਉਹਦੇ ਵਿੱਚ। ਸੋ ਲਾਸਟ ਟਰਮ ਸਾਨੂੰ ਪੁੱਛਿਆ ਗਿਆ, ਫਾਈਂਡ ਦੀ ਲਾਸਟ ਟਰਮ। ਸੋ ਐਸ ਐਨ ਦਾ ਫਾਰਮੂਲਾ ਅਸੀਂ ਦੋ ਯੂਜ਼ ਕਰ ਸਕਦੇ ਹਾਂ। ਸੋ ਇੱਕ ਤਾਂ n/2 ਹੁੰਦਾ ਸਾਡੇ ਪਾਸ, 2a + n - 1 × d। ਹੁਣ ਲਾਸਟ ਟਰਮ ਪੁੱਛੀ ਗਈ ਹੈ ਤਾਂ ਹੋ ਸਕਦਾ ਤੁਹਾਡੇ ਮਨ 'ਚ ਆਵੇ ਕਿ ਅਸੀਂ ਇਹ ਯੂਜ਼ ਕਰ ਲਈਏ, ਕਿਉਂਕਿ ਲਾਸਟ ਟਰਮ ਪੁੱਛੀ ਹੈ, ਐਲ ਪਤਾ ਕਰ ਲਈਏ। ਸੋ ਜੇ ਮੈਂ ਇਹ ਫਾਰਮੂਲਾ ਯੂਜ਼ ਕਰਦਾ, ਐਸ ਐਨ ਮੈਨੂੰ ਪਤਾ 116 ਹੈ, ਏ ਪਤਾ ਹੈ ਮੈਨੂੰ, ਬਟ ਨਾ ਤਾਂ ਮੈਨੂੰ ਐਨ ਪਤਾ ਹੈ ਕਿ ਨੰਬਰ ਆਫ ਟਰਮਸ ਕਿੰਨੀਆਂ ਨੇ, ਅਤੇ ਨਾ ਮੈਨੂੰ ਐਲ ਪਤਾ ਹੈ। ਸੋ ਦੋ ਟਰਮ ਜਿਹੜੀਆਂ ਇਹਦੇ ਵਿੱਚ ਵੈਲਿਊਜ਼ ਨੇ ਉਹ ਮਿਸਿੰਗ ਹੋ ਜਾਣੀਆਂ ਨੇ। ਸੋ ਮੈਨੂੰ ਇਹ ਫਾਰਮੂਲਾ ਅਪਲਾਈ ਕਰਨ ਦਾ ਕੋਈ ਜ਼ਿਆਦਾ ਫਾਇਦਾ ਨਹੀਂ ਹੋ ਰਿਹਾ, ਕਿਉਂਕਿ ਦੋ ਵੈਲਿਊਜ਼ ਜਿਹੜੀ ਨੇ ਮਿਸਿੰਗ ਨੇ। ਸੋ ਬੈਟਰ ਆ ਮੈਂ ਇੱਥੇ ਅਪਲਾਈ ਕਰਾਂ, ਇਹ ਵਾਲਾ ਫਾਰਮੂਲਾ ਅਪਲਾਈ ਕਰਾਂ। ਮੈਨੂੰ ਏ ਵੀ ਪਤਾ ਹੈ, ਮੈਨੂੰ ਡੀ ਵੀ ਪਤਾ ਹੈ, ਮੈਨੂੰ ਸਮ ਵੀ ਪਤਾ ਹੈ, ਅਤੇ ਇੱਥੇ ਰਹਿ ਕੀ ਜਾਊਗਾ ਇਕੱਲਾ ਐਨ। ਸੋ ਮੈਂ ਐਨ ਫਾਈਂਡ ਕਰ ਲਾਂਗਾ ਕਿ ਕਿੰਨੀਆਂ ਟਰਮਸ ਨੇ। ਜਦੋਂ ਮੈਨੂੰ ਇਹ ਪਤਾ ਲੱਗਿਆ ਕਿ ਕਿੰਨੀਆਂ ਟਰਮਸ ਨੇ, ਫਿਰ ਮੈਂ ਐਲ ਵੀ ਫਾਈਂਡ ਕਰ ਸਕਦਾ ਹਾਂ। ਸੋ ਇਹ ਫਾਰਮੂਲਾ ਮੇਰੇ ਕੰਮ ਦਾ ਹੈ, ਨਾ ਕਿ ਇਹ। ਦੇਖਣ ਨੂੰ ਲੱਗ ਰਿਹਾ ਕੁਐਸਚਨ ਦੇ ਹਿਸਾਬ ਨਾਲ ਫਾਈਂਡ ਲਾਸਟ ਟਰਮ ਕਿ ਇਹ ਯੂਜ਼ ਕਰਨਾ ਚਾਹੀਦਾ, ਬਟ ਨੋ, ਇਹਦਾ ਕੋਈ ਫਾਇਦਾ ਨਹੀਂ ਹੈ ਸਾਨੂੰ। ਸੋ ਐਸ ਐਨ ਦਾ ਫਾਰਮੂਲਾ ਕੀ ਹੁੰਦਾ ਸਾਡੇ ਪਾਸ, n/2, 2a + n - 1 × d। ਐਸ ਐਨ 116, n ਮੇਰੇ ਪਾਸ ਨਹੀਂ ਹੈ, a ਹੈ 25 ਦੂਣੀ 50 ਹੋ ਜਾਏਗਾ ਇੱਥੇ, ਪਲੱਸ n - 1 × d ਮੇਰੇ ਪਾਸ ਹੈ -3। ਸੋ ਕ੍ਰੋਸ ਮਲਟੀਪਲਾਈ, 2 ਇੱਧਰ ਮਲਟੀਪਲਾਈ ਹੋ ਜਾਏਗਾ, 116 × 2 ਹੋ ਜਾਏਗਾ 232 = n, 25 × 2 50, -3n -+3। ਸੋ ਇਹ ਮੇਰੇ ਪਾਸ ਕੀ ਬਣ ਜਾਂਦਾ ਹੈ 232, 232 = n × 50 + 353 -3n। ਸੋ n ਨੂੰ ਆਪਾਂ ਵਿੱਚ ਮਲਟੀਪਲਾਈ ਕਰ ਲੈਂਦੇ ਹਾਂ। ਸੋ ਇਹ ਆ ਗਿਆ ਮੇਰੇ ਪਾਸ 232 = n × 53 is 53n - 3n ਸਕੇਅਰ। ਸੋ 3n² ਨੂੰ ਮੈਂ ਲੈਫਟ ਹੈਂਡ ਸਾਈਡ ਲੈ ਆਉਣਾ ਤਾਂ ਕਿ ਇਹ ਪੋਜ਼ੀਟਿਵ ਹੋ ਜੇ। ਸੋ 3n², 53n ਵੀ ਲੈਫਟ ਸਾਈਡ ਲੈ ਆਉਣਾ, -53n, 232 ਇੱਥੇ ਹੀ ਹੈ, ਇਹਨੂੰ ਮੈਂ ਨਹੀਂ ਚੇਂਜ ਕਰਦਾ, ਤਾਂ ਇਹ ਸਾਰੀਆਂ ਟਰਮਾਂ ਲੈਫਟ ਸਾਈਡ ਚਲੇ ਗਈਆਂ, ਤਾਂ ਰਾਈਟ ਸਾਈਡ ਕੀ ਰਹਿ ਗਿਆ 0। ਸੋ ਇਹ ਮੇਰੇ ਪਾਸ ਆ ਗਈ ਹੈ ਕੁਆਡਰੇਟਿਕ ਇਕੁਏਸ਼ਨ। ਤਾਂ 3 × ਫਸਟ ਟਰਮ ਨੂੰ ਅਸੀਂ ਲਾਸਟ ਦੇ ਨਾਲ ਮਲਟੀਪਲਾਈ ਕਰਨਾ ਹੈ ਤਾਂ ਕਿ ਅਸੀਂ ਮਿਡਲ ਟਰਮ ਨੂੰ ਸਪਲਿਟ ਕਰ ਸਕੀਏ। ਸੋ 3 × 232 ਇਹ ਹੁੰਦਾ ਮੇਰੇ ਪਾਸ 696। ਸੋ ਜਿਵੇਂ 53 ਨੂੰ ਤੋੜਨਾ ਹੋਵੇ ਦੋ ਨੰਬਰਾਂ ਦੇ ਵਿੱਚ ਤਾਂ 50 ਕਿਵੇਂ ਟੁੱਟਦਾ, 25 25 ਕਰਕੇ ਟੁੱਟ ਸਕਦਾ, 25 25 50 ਹੁੰਦਾ ਹੈ। ਸੋ ਲਗਭਗ ਨੇੜੇ ਤੇੜੇ ਪਹੁੰਚ ਗਏ, ਅਤੇ 25 25 ਦਾ ਕੀ ਹੁੰਦਾ 625। ਸੋ ਮਲਟੀਪਲੀਕੇਸ਼ਨ ਵੀ ਲਗਭਗ 600 ਦੇ ਨੇੜੇ ਹੈ। ਸੋ ਮੈਨੂੰ ਇਹਨੂੰ ਬਿਲਕੁਲ ਸੈਂਟਰ 'ਚ ਤੋੜਨਾ ਚਾਹੀਦਾ। ਲਾਈਕ ਮੈਂ ਜੇ 25 ਅਤੇ 28 ਲੈ ਲਾਂ ਤਾਂ ਪ੍ਰੋਡਕਟ ਜਿਹੜਾ ਇਹਦੇ ਆਲਮੋਸਟ ਨੇੜੇ ਆਏਗਾ। ਬਟ ਸਮੱਸਿਆ ਕੀ ਹੈ ਕਿ ਮੈਂ ਗੁਣਾ ਨਹੀਂ ਕਰਨੀ, 8 5 40, ਪਿਛਲੇ ਦੋ ਨੰਬਰ ਦੇਖ ਕੇ ਪਤਾ ਲੱਗਾ ਕਿ ਪਿੱਛੇ 0 ਆਏਗਾ, ਫਾਇਦਾ ਨਹੀਂ ਇਸ ਨੂੰ ਲੈਣ ਦਾ। ਸੋ ਇੱਕ ਨੂੰ ਅਸੀਂ ਘਟਾ ਸਕਦੇ ਹਾਂ, ਇੱਕ ਨੂੰ ਅਸੀਂ ਵਧਾ ਸਕਦੇ ਹਾਂ। ਜਿਵੇਂ ਇਸ ਨੂੰ 24 ਲੈ ਲਾਂ ਅਤੇ ਇਸ ਨੂੰ 29 ਕਰ ਲਾਂ, 9 ਚੌਕੇ 36। ਸੋ 24 ਅਤੇ 29 ਫਿੱਟ ਹੁੰਦਾ ਲੱਗਦਾ ਹੈ। ਸੋ ਅਸੀਂ ਇਹਨਾਂ ਨੂੰ ਗੁਣਾ ਕਰਕੇ ਚੈੱਕ ਕਰ ਸਕਦੇ ਹਾਂ 24 ਅਤੇ 29 ਨੂੰ ਵੀ ਕੀ ਇਹ ਰਿਜ਼ਲਟ ਸਾਡਾ ਮੈਚ ਕਰਦਾ ਹੈ। 696 ਬਣਦਾ ਹੈ। ਸੋ 24 × 29 ਕਰਕੇ ਚੈੱਕ ਕਰ ਲੈਂਦੇ ਆਪਾਂ। ਸੋ 24 × 9 ਸਾਡੇ ਪਾਸ ਆਏਗਾ 240, 216, 21 ਕੈਰੀ ਕਰੂਗਾ, 24 × 48 ਅਤੇ 21 69, 696। ਸੋ 29 ਅਤੇ 24 ਸਾਡਾ ਫਿੱਟ ਹੁੰਦਾ ਹੈ। ਸੋ ਇਸ ਨੂੰ ਅਸੀਂ ਬ੍ਰੇਕ ਕਰ ਲੈਂਦੇ ਹਾਂ। 3n² -24n - 29n + 232 = 0। ਸੋ ਫਸਟ 2 ਦੇ ਵਿੱਚੋਂ ਕਾਮਨ ਲੈਣਾ ਸੀ, 3 ਕਾਮਨ ਆ ਰਿਹਾ, n ਤਾਂ ਆਣਾ ਹੀ ਆਣਾ ਹੈ। ਸੋ n - 8, ਸੋ -29 ਕਾਮਨ ਆਏਗਾ,
n minus 8 equals 0. So 3n minus 29 n minus 8 equals 0. ਸੋ ਦੋ ਨੰਬਰਸ ਦਾ ਜਿਹੜਾ ਪ੍ਰੋਡਕਟ ਹੈ ਮਲਟੀਪਲੀਕੇਸ਼ਨ ਹੈ ਕੀ ਆ ਰਹੀ ਹੈ 0 ਆ ਰਹੀ ਹੈ, ਜਾਂ ਤਾਂ ਇਹ 0 ਹੋਊਗਾ ਜਾਂ ਇਹ 0 ਹੋਊਗਾ। ਸੋ ਜਾਂ ਤਾਂ n minus 8 0 ਹੈ, ਦੈਟ ਮੀਨਸ n ਇਜ਼ ਇਕੁਅਲ ਟੂ ਕੀ ਆਏਗਾ 8 ਆਏਗਾ, ਜਾਂ ਇਹ 0 ਹੈ 3n minus 29 ਇਜ਼ ਇਕੁਅਲ ਟੂ 0। ਸੋ 3n ਇਜ਼ ਇਕੁਅਲ ਟੂ 29। ਸੋ n ਕਿੰਨਾ ਆ ਗਿਆ ਸਾਡੇ ਪਾਸ 29/3। ਸੋ ਜਿਹੜਾ n ਹੈ ਫਰੈਕਸ਼ਨ ਤਾਂ ਹੋ ਨਹੀਂ ਸਕਦਾ ਹੈ, ਕਿਉਂਕਿ n ਹਮੇਸ਼ਾ ਕੀ ਹੋਣਾ ਚਾਹੀਦਾ ਹੈ, ਨੈਚੁਰਲ ਨੰਬਰ ਹੋਣਾ ਚਾਹੀਦਾ ਹੈ। ਸੋ ਇਹਨੂੰ ਅਸੀਂ ਡਿਸਕਾਰਡ ਕਰ ਦਿਆਂਗੇ, ਤਾਂ ਸਾਡਾ ਆਨਸਰ ਦੇ ਵਿੱਚ ਕੀ ਆਏਗਾ 8। ਸੋ ਨੰਬਰ ਆਫ ਟਰਮਸ ਕਿੰਨੀਆਂ ਹੋਣਗੀਆਂ ਉਹਦੇ ਵਿੱਚ 8, ਜੇਕਰ ਅਸੀਂ ਸਮ ਜਿਹੜਾ ਹੈ 116 ਲੈਣਾ ਹੈ। ਸੋ ਸਾਨੂੰ ਪੁੱਛਿਆ ਗਿਆ ਹੈ L, ਦੈਟ ਮੀਨਸ ਸਾਨੂੰ ਪੁੱਛੀ ਗਈ ਹੈ T8। ਸੋ T8 ਦਾ ਜੋ ਫਾਰਮੂਲਾ ਬਣੇਗਾ A + n - 1 8 ਘਟਾਓ 1 ਦੈਟ ਇਜ਼ 7D। ਸੋ ਸਾਨੂੰ A ਪਤਾ ਹੈ, A ਸਾਡੇ ਪਾਸ ਸੀ 25 + 7 × D ਪਤਾ ਹੈ ਸਾਨੂੰ, D ਸਾਡੇ ਪਾਸ ਸੀ -3। ਸੋ ਇਹ ਸਾਡੇ ਪਾਸ ਕੀ ਬਣ ਜਾਂਦਾ 25 - 21। ਸੋ T8 ਸਾਡੇ ਪਾਸ ਕਿੰਨਾ ਆ ਜਾਂਦਾ ਹੈ 4। ਸੋ T8 ਸਾਡਾ 8th ਟਰਮ ਜਿਹੜੀ ਹੈ ਸਾਡੀ, ਜਿਸ ਨੂੰ ਅਸੀਂ ਬੋਲਿਆ ਲਾਸਟ ਟਰਮ, ਉਹ ਸਾਡੀ ਕੀ ਹੈ 4 ਹੈ। ਕੁਐਸਚਨ ਨੰਬਰ 7 ਦੇ ਵਿੱਚ ਸਾਨੂੰ ਪੁੱਛਿਆ ਗਿਆ ਫਾਈਂਡ ਦੀ ਸਮ ਟੂ n ਟਰਮਸ ਆਫ ਦਾ AP ਹੂਜ਼ kth ਟਰਮ। ਸੋ kth ਟਰਮ ਸਾਡੇ ਪਾਸ 5k + 1 ਹੈ। ਕੁਐਸਚਨ ਦੇਖਣ ਨੂੰ ਥੋੜ੍ਹਾ ਜਿਹਾ ਟੇਢਾ ਲੱਗਦਾ ਹੈ, ਬਟ ਹੈਗਾ ਆਸਾਨ ਹੈ। ਸੋ ਸਾਨੂੰ ਕਿਸੇ ਵੀ AP ਦੇ ਵਿੱਚ ਸਮ ਫਾਈਂਡ ਕਰਨ ਦੇ ਲਈ ਪਹਿਲਾਂ ਸਾਨੂੰ ਕੀ ਚਾਹੀਦਾ ਹੈ A। ਸੋ ਸਾਨੂੰ ਪਹਿਲੀ ਗੱਲ ਤਾਂ TK ਦਿੱਤਾ ਹੋਇਆ kth ਟਰਮ 5k + 1 ਹੈ, ਅਤੇ ਮੈਂ ਫਾਈਂਡ ਕੀ ਕਰਨਾ ਹੈ ਸਮ ਆਫ n ਟਰਮਸ। ਸੋ ਪਹਿਲਾਂ A ਫਾਈਂਡ ਕਰਨਾ ਫਸਟ ਟਰਮ। ਸੋ ਮੈਂ k ਦੀ ਜਗ੍ਹਾ 'ਤੇ 1 ਪੁੱਟ ਕਰ ਦਿੰਦਾ, ਪੁੱਟ k ਇਜ਼ ਇਕੁਅਲ ਟੂ 1, ਤਾਂ ਫਸਟ ਟਰਮ ਪਤਾ ਲੱਗ ਜਾਏਗੀ ਮੈਨੂੰ। ਸੋ ਇਹ ਕੀ ਬਣ ਗਈ 5 + 1 ਇਜ਼ ਇਕੁਅਲ ਟੂ 6। 6 ਮੇਰਾ ਕੀ ਬਣ ਗਿਆ A। ਇਸੇ ਤਰ੍ਹਾਂ ਮੈਂ ਸੈਕੰਡ ਟਰਮ ਵੀ ਫਾਈਂਡ ਕਰ ਸਕਦਾ, ਜੇ ਮੈਂ k ਨੂੰ 2 ਪੁੱਟ ਕਰਦੇ ਹਾਂ ਦੈਟ ਇਜ਼ 5 × 2 + 1। ਸੋ 10 + 1 ਕੀ ਆ ਗਿਆ 11। ਸੈਕੰਡ ਟਰਮ ਮੇਰੇ ਪਾਸ 11 ਆ। ਸੋ D ਕਿੰਨਾ ਬਣਿਆ ਮੇਰਾ, ਕਾਮਨ ਡਿਫਰੈਂਸ ਕਿੰਨਾ ਬਣਿਆ 11 ਦੇ ਵਿੱਚੋਂ 6 ਗਏ 5। ਸੋ ਮੈਨੂੰ ਕਾਮਨ ਡਿਫਰੈਂਸ ਵੀ ਪਤਾ ਹੈ, ਅਤੇ ਮੇਰੇ ਪਾਸ A ਵੀ ਹੈ, ਅਤੇ ਮੈਨੂੰ ਕੀ ਚਾਹੀਦਾ ਹੈ ਸਮ ਚਾਹੀਦਾ n ਟਰਮਸ ਦਾ। ਈਵਨ ਮੈਂ ਦੂਸਰੇ ਲੋਟ ਵੀ ਕਰ ਸਕਦਾ, ਮੈਂ TN ਫਾਈਂਡ ਕਰ ਸਕਦਾ ਲਾਸਟ ਟਰਮ ਜਿਸ ਨੂੰ ਅਸੀਂ ਬੋਲਦੇ ਹਾਂ। ਤਾਂ k ਦੀ ਜਗ੍ਹਾ 'ਤੇ n ਪੁੱਟ ਕਰ ਦਿੰਦੇ ਹਾਂ, ਉਹ ਕੀ ਬਣੇਗੀ 5n + 1। ਸੋ ਸਮ ਆਫ n ਟਰਮਸ ਦਾ ਫਾਰਮੂਲਾ ਕੀ ਹੁੰਦਾ ਹੈ SN ਹੁੰਦਾ, ਉਹ ਇਜ਼ ਇਕੁਅਲ ਟੂ n/2 A + L। ਕਿਉਂਕਿ ਸਮ ਆਫ n ਟਰਮਸ ਪੁੱਛਿਆ ਗਿਆ ਹੈ, n ਤਾਂ ਅਸੀਂ ਪੁੱਟ ਹੀ ਨਹੀਂ ਕਰਨਾ ਹੈਗਾ। ਸੋ A ਪਤਾ ਹੈ, ਇਹ ਮੇਰੇ ਪਾਸ 5 ਆ ਗਿਆ, ਈਵਨ ਮੈਨੂੰ D ਦੀ ਵੀ ਲੋੜ ਨਹੀਂ ਸੀ। ਅਤੇ L ਵੀ ਪਤਾ ਹੈ, L 5n + 1 ਹੈ। ਸੋ n/2 A ਮੇਰੇ ਪਾਸ 6 ਹੈ, ਅਤੇ TN ਮੇਰੇ ਪਾਸ 5n + 1 ਹੈ। ਸੋ ਇਹ ਕੀ ਬਣ ਜਾਏਗਾ n/2 6 + 1 is 7 5n + 7। ਸੋ ਸਮ ਆਫ n ਟਰਮਸ ਦਾ ਜਿਹੜਾ ਫਾਰਮੂਲਾ ਬਣ ਜਾਏਗਾ ਮੇਰੇ ਪਾਸ 5n + 7 × n/2। ਈਵਨ ਮੈਨੂੰ ਆਹ ਸੈਕੰਡ ਟਰਮ ਫਾਈਂਡ ਦੀ ਜ਼ਰੂਰਤ ਨਹੀਂ ਸੀ, ਤਾਂ ਇਹਦੀ ਜ਼ਰੂਰਤ ਕਦੋਂ ਪਏਗੀ ਜੇਕਰ ਮੈਂ ਇਹ ਵਾਲਾ ਫਾਰਮੂਲਾ ਲਾਣਾ ਹੈ SN ਇਜ਼ ਇਕੁਅਲ ਟੂ n/2 2A + n - 1 × D। ਸੋ ਜੇਕਰ ਤੁਸੀਂ ਇਹ ਫਾਰਮੂਲਾ ਯੂਜ਼ ਕਰ ਰਹੇ ਹੋ ਤਾਂ ਤੁਹਾਨੂੰ D ਚਾਹੀਦਾ ਹੈ, D 5 ਹੈ, n ਨੂੰ ਅਸੀਂ n ਰੱਖਾਂਗੇ, A ਸਾਡੇ ਪਾਸ 6 ਹੈ, n ਨੂੰ ਅਸੀਂ n ਰੱਖਾਂਗੇ, ਫਿਰ ਵੀ ਸਾਡਾ ਆਨਸਰ ਇਹੀ ਆਉਣਾ ਹੈ। ਸੋ ਦਿਸ ਇਜ਼ ਇਕੁਅਲ ਟੂ n/2 2 × A 6 ਦੂਣੀ 12 n - 1 × D ਕਿੰਨਾ ਮੇਰੇ ਪਾਸ 5 ਹੈ। ਸੋ ਜਦੋਂ ਮੈਂ ਸੋਲਵ ਕਰਾਂਗਾ 12 + 5n - 5 ਬਾਹਰ n/2 ਹੈ। ਸੋ n/2 12 ਦੇ ਵਿੱਚੋਂ 5 ਗਏ 7, ਦੈਟ ਇਜ਼ 5n + 7। ਫਾਰਮੂਲੇ ਤੁਸੀਂ ਦੋਨੋਂ ਯੂਜ਼ ਕਰ ਸਕਦੇ ਹੋ, ਆਨਸਰ ਤੁਹਾਡਾ ਸੇਮ ਆਉਣਾ ਹੈ। ਬਟ ਇਸ ਫਾਰਮੂਲੇ ਦੀ ਰਿਕੁਆਇਰਮੈਂਟ D ਹੈ, ਇਸ ਦੀ ਰਿਕੁਆਇਰਮੈਂਟ L ਹੈ। ਸੋ ਇਹਦੇ ਵਿੱਚ ਤੁਹਾਨੂੰ L ਲੱਭਣ ਦੀ ਲੋੜ ਨਹੀਂ ਹੈ, N ਲੱਭਣ ਦੀ ਲੋੜ ਨਹੀਂ ਹੈ, TN ਵਾਲੀ ਇਹ ਵਾਲੀ। ਜੇ ਇਹ ਫਾਰਮੂਲਾ ਯੂਜ਼ ਕਰ ਰਹੇ ਹੋ ਤਾਂ ਤੁਹਾਨੂੰ D ਚਾਹੀਦਾ ਹੈ, ਤਾਂ ਸੈਕੰਡ ਟਰਮ ਲੱਭਣੀ ਪਏਗੀ। ਜੇਕਰ ਇਹ ਫਾਰਮੂਲਾ ਯੂਜ਼ ਕਰ ਰਹੇ ਹੋ ਤਾਂ ਡਾਇਰੈਕਟਲੀ TN ਯੂਜ਼ ਕਰ ਸਕਦੇ ਹੋ, ਇਹ ਆਪਣੇ ਪਾਸ ਹੈਗਾ ਹੀ ਹੈ। ਇਸ ਤੋਂ ਬਾਅਦ ਕੁਐਸਚਨ ਨੰਬਰ 8 ਵੀ ਆਲਮੋਸਟ ਸਿਮਿਲਰ ਹੈ। ਸੋ ਇਫ ਦੀ ਸਮ ਆਫ n ਟਰਮਸ ਆਫ ਐਨ AP, ਸੋ SN ਗਿਵਨ ਹੈ ਸਾਨੂੰ, SN ਇਜ਼ ਇਕੁਅਲ ਟੂ PN +
ਕਿਊ ਐਨ ਸਕੇਅਰ ਵੇਅਰ ਪੀ ਐਂਡ ਕਿਊ ਆਰ ਕੌਂਸਟੈਂਟਸ। ਪੀ ਅਤੇ ਕਿਊ ਕੀ ਨੇ? ਕੌਂਸਟੈਂਟ ਨੇ, ਮੀਨਸ ਦੇ ਨੰਬਰ ਨੇ 1 2 3 4 ਹੈ ਨਾ। ਫਾਈਂਡ ਦੀ ਕਾਮਨ ਡਿਫਰੈਂਸ, ਸਾਨੂੰ ਸਿਰਫ ਕੀ ਪੁੱਛਿਆ ਗਿਆ ਹੈ? ਡੀ ਲੱਭਣ ਨੂੰ ਕਿਹਾ ਗਿਆ ਹੈ। ਸੋ ਸਮ ਗਿਵਨ ਹੈ, ਸਮ ਆਫ ਐਨ ਟਰਮਸ। ਜੇ ਮੰਨ ਲਓ ਇੱਕੋ ਟਰਮ ਹੋਵੇ ਏ ਪੀ ਦੇ ਵਿੱਚ, ਸਿੰਗਲ ਟਰਮ, ਤਾਂ ਉਹਦਾ ਸਮ ਕੀ ਆਏਗਾ? ਫਸਟ ਟਰਮ ਆਏਗੀ, ਲਾਈਕ ਮੇਰੇ ਪਾਸ 5 ਹੈ, ਇਹ ਇੱਕੋ ਨੰਬਰ ਲਿਖਿਆ ਹੈ, ਤਾਂ ਮੈਂ ਤੁਹਾਨੂੰ ਕਹਿੰਦਾ ਜੀ ਇਹਦਾ ਸਮ ਪਤਾ ਕਰੋ, ਤਾਂ ਸਮ ਵੀ ਕਿੰਨਾ ਆਊਗਾ? 5 ਹੀ ਆਊਗਾ। ਸੋ ਟਰਮ ਵੀ ਕੀ ਹੈ? 5 ਹੀ ਹੈ। ਸੋ ਮੈਂ ਇੱਥੇ ਐਨ ਕੀ ਭਰ ਦਿੰਦਾ ਹੈ? 1 ਭਰ ਦਿੰਦਾ ਹੈ। ਸਮ ਆਫ 1 ਟਰਮ, ਸੋ ਪੀ ਇੰਟੂ 1 ਕਿਊ ਇੰਟੂ 1 ਸਕੇਅਰ, ਤਾਂ ਆਂਸਰ ਕੀ ਆ ਗਿਆ? ਪੀ ਪਲਸ ਕਿਊ। ਸਮ ਆਫ 1 ਟਰਮਸ, ਦੈਟ ਮੀਨਸ ਪਹਿਲੀ ਟਰਮ ਹੈ ਮੇਰੇ ਪਾਸ, ਇਹ ਕਿੰਨੀ ਆ ਗਈ ਮੇਰੇ ਪਾਸ? ਪੀ ਪਲਸ ਕਿਊ। ਸੋ ਫਸਟ ਟਰਮ ਏ ਪੀ ਦੀ ਕੀ ਹੈ? ਪੀ ਪਲਸ ਕਿਊ ਹੈ। ਸੋ ਮੈਨੂੰ ਦੂਸਰੀ ਟਰਮ ਵੀ ਚਾਹੀਦੀ ਹੈ। ਜੇ ਮੈਂ ਦੂਸਰੀ ਟਰਮ ਦੇ ਵਿੱਚੋਂ ਪਹਿਲੀ ਮਾਈਨਸ ਕਰਦੇ ਹਾਂ ਤਾਂ ਮੈਨੂੰ ਕਾਮਨ ਡਿਫਰੈਂਸ ਪਤਾ ਲੱਗ ਜੂਗਾ। ਸੋ ਮੈਂ ਕੀ ਕਰਦਾ ਹੈ? ਸਮ ਮੇਰੇ ਪਾਸ ਹੈਗਾ ਹੀ ਹੈ, ਤਾਂ ਮੈਂ 2 ਟਰਮਾਂ ਦਾ ਸਮ ਫਾਈਂਡ ਕਰ ਲੈਂਦਾ S2। ਸੋ n ਦੀ ਜਗ੍ਹਾ 'ਤੇ ਮੈਂ ਕੀ ਭਰ ਦਿੰਦਾ ਹੈ? P ਇੰਟੂ 2 ਕਿਊ ਇੰਟੂ 2 ਸਕੇਅਰ। ਸੋ ਇਹ ਕੀ ਬਣ ਗਿਆ ਮੇਰੇ ਪਾਸ? 2P ਪਲੱਸ 4 ਕਿਊ, 2 ਸਕੇਅਰ ਇਜ਼ 4। ਬਟ ਇਹ ਕੀ ਹੈ? ਸਮ ਆਫ ਫਸਟ 2 ਟਰਮਸ ਨੇ, ਮੀਨਸ ਜੇ ਏ ਪੀ ਦੇ ਵਿੱਚ 5 ਅਤੇ ਅਗਲੀ ਟਰਮ ਮੰਨ ਲਓ ਕਿੰਨੀ ਹੈ? 8 ਹੈ, ਤਾਂ ਇਹਨਾਂ ਦੋਨਾਂ ਦਾ ਸਮ ਹੈ ਕਿੰਨਾ ਆਇਆ? ਇਹ 13 ਆਇਆ। ਸੋ 2 ਨੂੰ ਜੋੜ ਕੇ ਪਤਾ ਲੱਗਿਆ ਕੀ ਹੈ? 13, ਨਾ ਕਿ ਦੂਸਰੀ ਟਰਮ ਹੈ। ਸੋ ਜੇ ਮੈਂ ਦੂਸਰੀ ਟਰਮ ਲੱਭਣੀ ਹੋਵੇ ਤਾਂ ਮੈਨੂੰ ਕੀ ਕਰਨਾ ਪਊਗਾ? ਤਾਂ ਮੈਂ ਕੀ ਕਰੂੰਗਾ? ਜਿਹੜਾ ਸਮ ਹੈ ਮੇਰੇ ਪਾਸ 13 ਹੈ, 2 ਟਰਮਾਂ ਦਾ ਸਮ ਕੀ ਬਣਿਆ? ਇਹ ਬਣ ਗਿਆ। ਤਾਂ ਮੈਂ ਉਹਦੇ ਵਿੱਚੋਂ ਜਿਹੜੀ ਫਸਟ ਟਰਮ ਹੈ ਇਹਨੂੰ ਘਟਾ ਦਿੰਦਾ, 13 ਮਾਈਨਸ 5, ਮੇਰੇ ਪਾਸ ਕੀ ਆਏਗੀ? ਸੈਕੰਡ ਟਰਮ ਆਏਗੀ। ਸੋ ਮੇਰੇ ਪਾਸ ਇਹ 2 ਦਾ ਸਮ ਹੈ, ਮੀਨਸ ਫਸਟ ਪਲੱਸ ਸੈਕੰਡ। ਇਹ ਟਰਮ ਫਸਟ ਵੀ ਇਹਦੇ ਵਿੱਚ ਟਰਮ ਸੈਕੰਡ ਵੀ ਹੈ। ਤਾਂ ਮੈਂ ਕੀ ਕਰਦਾ? ਫਸਟ ਟਰਮ ਜਿਹੜੀ ਇਹਦੇ ਵਿੱਚੋਂ ਹਟਾ ਦਿੰਦਾ ਹੈ। ਸੋ ਮੇਰੇ ਪਾਸ ਸੈਕੰਡ ਟਰਮ ਆ ਜਾਏਗੀ। ਸੋ ਇਹ ਜਿਹੜਾ ਸਮ ਹੈ ਮੇਰੇ ਪਾਸ T1 ਪਲੱਸ T2 ਹੈ, ਦੈਟ ਇਜ਼ ਇਕੁਅਲ ਟੂ 2P ਪਲੱਸ 4Q। T1 ਫਸਟ ਟਰਮ ਦੀ ਵੈਲਿਊ ਪੁੱਟ ਕਰਕੇ ਉੱਧਰ ਜਾ ਕੇ ਸਬਟਰੈਕਟ ਕਰ ਦਿੰਦੇ ਆਪਾਂ। ਸੋ P ਪਲੱਸ Q ਪਲੱਸ ਸੈਕੰਡ ਟਰਮ ਇਜ਼ ਇਕੁਅਲ ਟੂ 2P ਪਲੱਸ 4Q। ਸੋ P ਅਤੇ Q ਉੱਧਰ ਜਾ ਕੇ ਸਬਟਰੈਕਟ ਕਰ ਦਿਓ। ਸੋ T2 ਕੀ ਆ ਜਾਏਗੀ ਮੇਰੇ ਪਾਸ? 2P ਪਲੱਸ 4Q ਮਾਈਨਸ P ਮਾਈਨਸ Q। ਤਾਂ ਆਂਸਰ ਕੀ ਆਇਆ? 2P ਦੇ ਵਿੱਚੋਂ P ਘਟਾਏ P, 4Q ਦੇ ਵਿੱਚੋਂ Q ਘਟਾਇਆ 3Q। ਤਾਂ ਇਹ ਮੇਰੇ ਪਾਸ ਆ ਗਈ ਦੂਸਰੀ ਟਰਮ। ਸੋ ਮੈਨੂੰ ਦੂਸਰੀ ਟਰਮ ਵੀ ਪਤਾ ਹੈ, ਪਹਿਲੀ ਟਰਮ ਵੀ ਪਤਾ ਹੈ, ਤਾਂ D ਕਿਸ ਤਰ੍ਹਾਂ ਫਾਈਂਡ ਕਰਦੇ ਹਾਂ ਅਸੀਂ? ਸੋ D ਇਜ਼ ਇਕੁਅਲ ਟੂ ਸੈਕੰਡ ਟਰਮ ਮਾਈਨਸ ਫਸਟ ਟਰਮ। ਸੋ ਸੈਕੰਡ ਟਰਮ ਕੀ ਹੈ ਮੇਰੇ ਪਾਸ? P ਪਲੱਸ 3Q ਮਾਈਨਸ ਫਸਟ ਟਰਮ ਕੀ ਹੈ? P ਪਲੱਸ Q। ਸੋ ਮਾਈਨਸ P ਮਾਈਨਸ Q, ਦੋਨੇ ਸਾਈਨ ਨੈਗੇਟਿਵ ਹੋ ਜਾਣਗੇ। ਸੋ P ਕੈਂਸਲਸ ਆਊਟ, 3Q ਮਾਈਨਸ Q ਕੀ ਆ ਗਿਆ ਮੇਰੇ ਪਾਸ? ਸੋ D ਇਜ਼ ਇਕੁਅਲ ਟੂ 2 ਟਾਈਮਸ ਆਫ Q। ਸੋ ਵੈਸੇ ਵੀ ਇਹ P ਪਲੱਸ Q ਹੈ, ਇਹ P ਪਲੱਸ 3Q ਹੈ, ਤਾਂ ਸਿਰਫ Q ਚੇਂਜ ਹੋਇਆ। ਇੱਥੇ ਕਿੰਨਾ ਵਧਿਆ? ਇਹ 2Q ਵੱਧ ਗਿਆ, ਇੱਥੇ 1Q ਸੀ, ਇੱਥੇ 3 ਹੋ ਗਿਆ। ਸੋ 2Q ਵਧਿਆ ਤਾਂ ਕਾਮਨ ਡਿਫਰੈਂਸ ਕਿੰਨਾ ਹੋਣਾ ਚਾਹੀਦਾ ਹੈ? 2Q ਹੋਣਾ ਚਾਹੀਦਾ ਹੈ। ਇਹੀ ਸਾਨੂੰ ਪੁੱਛਿਆ ਗਿਆ। ਸੋ ਦੋਸਤੋ ਇਸ ਵੀਡੀਓ ਦੇ ਵਿੱਚ ਇੰਨੇ ਹੀ ਕੁਐਸਚਨ, ਜਿਹੜੇ ਬਾਕੀ ਦੇ ਕੁਐਸਚਨ ਤੁਹਾਡੇ 9th ਔਨਵਰਡਸ ਨੇ, 9th ਤੋਂ ਲੈ ਕੇ 18th ਕੁਐਸਚਨ ਜਿਹੜਾ ਹੈ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਉਮੀਦ ਹੈ ਤੁਹਾਨੂੰ ਜਿਹੜੇ ਕੁਐਸਚਨ ਨੇ ਅਰਿਥਮੈਟਿਕ ਮੀਨ ਹੈ, ਇਹ ਦੋਵੇਂ ਟੌਪਿਕਸ ਜਿਹੜੇ ਨੇ ਸਮਝ ਆਏ ਹੋਣਗੇ। ਸੋ ਜੇਕਰ ਵੀਡੀਓ ਅੱਛੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਬਾਕੀ ਸਾਥੀਆਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ। ਜੇਕਰ ਸਟਿਲ ਤੁਹਾਡੀ ਕੋਈ ਕੁਐਰੀ ਹੈ, ਕਿਸੇ ਵੀ ਤਰ੍ਹਾਂ ਦੀ ਤੁਹਾਡੀ ਕੋਈ ਡਾਊਟ ਹੈ, ਤਾਂ ਕੌਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਪਲੀਜ਼ ਕੌਮੈਂਟ ਜ਼ਰੂਰ ਕਰ ਦਿਆ ਕਰੋ ਅਤੇ ਫੀਡਬੈਕ ਜ਼ਰੂਰ ਦੇ ਦਿਆ ਕਰੋ। ਇਸ ਦੇ ਨਾਲ ਥੋੜ੍ਹੀ ਜਿਹੀ ਮੋਟੀਵੇਸ਼ਨ ਮਿਲਦੀ ਹੈ ਵੀਡੀਓਜ਼ ਬਣਾਉਣ ਦੇ ਲਈ। ਸੋ ਜੇਕਰ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ, ਪਲੀਜ਼ ਸਬਸਕ੍ਰਾਈਬ ਮਾਈ ਚੈਨਲ, ਤਾਂ ਕਿ ਤੁਹਾਨੂੰ ਲੇਟੈਸਟ ਵੀਡੀਓਜ਼ ਅਤੇ ਰੈਗੂਲਰ ਅਪਡੇਟਸ ਜੋ ਨੇ ਉਹ ਲਗਾਤਾਰ ਮਿਲਦੇ ਰਹਿਣ। ਚੈਨਲ ਦੇ ਨਾਲ ਜੁੜੇ ਰਹੋ। ਚੈਨਲ 'ਤੇ ਆਉਣ ਲਈ ਧੰਨਵਾਦ।